दंडौत बंदन अनक बार, सर्ब कला समरथ। डोलन ते राखहु प्रभु, नानक दे कर हथ। डोलन ते राखहु प्रभु, नानक दे कर हथ। सतनाम श्री वाहिगुरु साहिब जी। श्लोक महला पंजवा। आप कौन कहते नानक जीओ, मैं गुरु दिए। मैं निर्गुण ते क्या होवे, तो जीवन दातार ना होवे। जाजू सदा जाजूवे। आप गुण कहते नानक जीओ, मैं गुरु दिए। मैं निर्गुण ते क्या होवे, तो जीवन दातार ना कोई। जाजू सदा जाजूवे। वाहिगुरु जी का खालसा, वाहिगुरु जी की फतेह। जाहर जहूर हाजिर हजूर, सर्व कला भरपूर। पतित पावन भगत वत्सल, दसां पातशाहियां दी जोत, धन श्री गुरु ग्रंथ साहिब जी महाराज। सतगुरां दी अपरापार किरपालता दयालता दा सदका, जगत गुरु जाहर पीर जगत गुर बाबा, धन धन श्री गुरु नानक देव साहिब जी महाराज। सतगुरां दे पावने अस्थान सचखंड दरबार गुरुद्वारा श्री बेर साहिब जी विखे ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਦਾ ਸਦਕਾ ਸੁੰਦਰ ਦੀਵਾਨ ਸਜੇ, ਪੰਜ ਬਾਣੀਆਂ ਦਾ ਨਿਤਨੇਮ, ਔਰ ਸਤਿਗੁਰਾਂ ਨੇ ਆਪਣੇ ਪਾਵਨ ਤਖਤ ਸਾਹਿਬ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ਿਸ਼ ਕੀਤੇ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਲੜੀਵਾਰ ਰੂਪ ਵਿੱਚ ਸਤਿਗੁਰੂ ਗਰੀਬ ਨਵਾਜ ਰਾਮ ਕਲੀ ਰਾਗ ਦੀ ਦੂਸਰੀ ਵਾਰ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਅੰਦਰ 22 ਵਾਰਾਂ ਅੰਕਿਤ ਕੀਤੀਆਂ ਹਨ। 21 ਵਾਰਾਂ ਗੁਰੂ ਸਾਹਿਬਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਤੇ 1 ਵਾਰ ਗੁਰੂ ਘਰ ਦੇ ਰਬਾਬੀਆਂ ਦੀ ਉਚਾਰਨ ਕੀਤੀ ਹੋਈ ਹੈ। ਗੁਰੂ ਘਰ ਦੇ ਕੀਰਤਨੀਆਂ ਦੀ ਉਚਾਰਨ ਕੀਤੀ ਹੋਈ 1 ਵਾਰ ਹੈ। ਇਹ ਸਾਰੀਆਂ 22 ਵਾਰਾਂ ਹਨ ਵੱਖ ਵੱਖ ਰਾਗਾਂ ਦੇ ਵਿੱਚ। ਔਰ ਜੋ ਰਾਮਕਲੀ ਰਾਗ ਦੀ ਦੂਸਰੀ ਵਾਰ ਹੈ, ਇਸ ਦੀਆਂ 22 ਪੌੜੀਆਂ, ਜਿਸ ਦੇ ਵਿੱਚੋਂ 15 ਪੌੜੀਆਂ ਤੀਕ ਪਿੱਛੇ ਵਿਚਾਰ ਹੋਈ ਹੈ
ਅੱਜ ਦਾ ਜੋ ਪਾਵਨ ਉਪਦੇਸ਼ ਹੈ ਇਹ 16ਵੀਂ ਪੌੜੀ ਸ਼ਲੋਕਾਂ ਦੇ ਸਹਿਤ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਔਰ ਇਹ ਵਾਰ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। 964 ਅੰਗ ਤੇ ਅੱਜ ਦਾ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾਂ। ਪੰਚਮ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਆਪ ਗੁਣ ਤੈਨੇ ਨਾਨਕ ਜੀਓ ਮੈਂ ਗੁਣ ਥੀਏ। हे ਪ੍ਰਭੂ ਜੀ ਹੱਬ ਗੁਣ ਤੈਡੇ ਨਾਨਕ ਜੀਓ। ਹੱਬ ਗੁਣ ਜਿੰਨੇ ਵੀ ਗੁਣ ਹਨ ਉਹ ਸਾਰੇ ਗੁਣ ਤੈਡੇ ਆਪ ਜੀ ਦੇ ਹਨ। हे ਪ੍ਰਭੂ ਜੀ ਆਪ ਜੀ ਦੇ ਹਨ ਸਾਰੇ ਗੁਣ। ਮੈਂ ਕੂ ਥੀਏ ਜੋ ਮੇਰੇ ਤਾਈਂ ਪ੍ਰਾਪਤ ਹੋਏ ਹਨ, ਜੋ ਮੈਨੂੰ ਆਪ ਜੀ ਨੇ ਦਿੱਤੇ ਹਨ। ਥੀਏ ਮੈਨੂੰ ਪ੍ਰਾਪਤ ਹੋਏ ਹਨ, ਉਹ ਸਾਰੇ ਗੁਣ ਆਪ ਜੀ ਦੇ ਹਨ। ਆਪ ਜੀ ਦੀ ਬਖਸ਼ਿਸ਼ ਦੇ ਨਾਲ ਹੀ ਇਹ ਗੁਣ ਸਾਰੇ ਪ੍ਰਾਪਤ ਹੋਏ ਹਨ ਔਰ ਸਾਰੇ ਗੁਣ ਇਹ ਆਪ ਜੀ ਦੇ ਹਨ ਔਰ ਆਪ ਜੀ ਨੇ ਹੀ ਮੈਨੂੰ ਦਿੱਤੇ ਹਨ। ਆਪ ਗੁਣਾਂ ਦੇ ਦਾਤੇ ਹੋ, ਆਪ ਗੁਣੀ ਨਿਧਾਨ ਹੋ, ਆਪ ਗੁਣਾਂ ਦੇ ਸਾਗਰ ਹੋ ਔਰ ਆਪ ਜੀ ਦੇ ਪਾਸੋਂ ਹੀ ਇਹ ਸਾਰੇ ਗੁਣ ਪ੍ਰਾਪਤ ਹੋਏ। ਮੈਂ ਤਾਂ ਗੁਣਾਂ ਤੋਂ ਹੀਣਾ ਹਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। हे ਪ੍ਰਭੂ ਤੇਰਾ ਕੀਤਾ ਹੋਇਆ ਪਰ ਉਪਕਾਰ ਜਾਣਿਆ ਨਹੀਂ ਜਾਂਦਾ। ਤੁਸੀਂ ਮੈਨੂੰ ਯੋਗ ਕਰ ਦਿੱਤਾ, ਇਸ ਲਾਇਕ ਬਣਾ ਦਿੱਤਾ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮੈਂ ਗੁਣਾਂ ਤੋਂ ਹੀਣਾ, ਕੋਈ ਵੀ ਗੁਣ ਨਹੀਂ ਹੈ। ਇਹ ਆਪ ਜੀ ਨੂੰ ਮੇਰੇ ਉੱਤੇ ਤਰਸ ਪੈ ਗਿਆ, ਤੁਸੀਂ ਤਰਸ ਕੀਤਾ ਹੈ ਮੇਰੇ ਤੇ। हे ਪ੍ਰਭੂ ਜੀਓ ਸਾਰੇ ਗੁਣ ਆਪ ਜੀ ਦੇ ਹਨ। ਹੱਬ ਗੁਣ ਤੈਡੇ ਨਾਨਕ ਜੀਓ ਮੈਂ ਕੂ ਥੀਏ। ਇਹ ਮੇਰੇ ਕੂ ਤਾਈਂ ਥੀਏ ਜੋ ਪ੍ਰਾਪਤ ਹੋਏ ਹਨ। ਇਹ ਸਾਰੇ ਗੁਣ ਆਪ ਜੀ ਦੇ ਹਨ। ਮੈਂ ਨਿਰਗੁਣ ਤੇ ਕਿਆ ਹੋਵੇ। ਮੈਂ ਤੇ ਨਿਰਗੁਣ ਹਾਂ, ਮੈਂ ਗੁਣਾਂ ਤੋਂ ਖਾਲੀ, ਗੁਣਾਂ ਤੋਂ ਸਖਣਾ ਹਾਂ ਤੇ ਮੇਰੇ ਨਿਰਗੁਣ ਯਾਰੇ ਤੋਂ ਕਿਆ ਹੋ ਸਕਦਾ ਹੈ? ਮੈਂ ਕੀ ਕਰ ਸਕਦਾ? ਭਾਵ ਮੈਂ ਨਹੀਂ ਆਪ ਜੀ ਨੂੰ ਕੁਝ ਵੀ ਦੇਣ ਜੋਗਾ। ਮੈਂ ਇਹ ਗੁਣਾਂ ਦੇ ਵੱਡੇ ਆਪ ਜੀ ਨੂੰ ਕੁਝ ਨਹੀਂ ਦੇ ਸਕਦਾ। ਇਹ ਆਪ ਜੀ ਨੇ ਹੀ ਕਿਰਪਾ ਕੀਤੀ ਹੈ, ਆਪ ਜੀ ਨੇ ਹੀ ਪਰਉਪਕਾਰ ਕੀਤਾ ਹੈ। ਆਪ ਜੀ ਨੇ ਇਹ ਸ਼ੁਭ ਗੁਣ ਜੋ ਬਖਸ਼ਿਸ਼ ਕੀਤੇ ਹਨ ਤੇ ਗੁਣ ਨਾਮ ਜਿੱਥੇ ਗੁਣਾਂ ਦਾ ਹੈ, ਧਰਮ ਦੇ ਗੁਣ ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ ਆਦਿਕ ਜਿਹੜੇ ਸ਼ੁਭ ਗੁਣ ਹਨ, ਜਪ ਤਪ ਸੇਵਾ ਸਿਮਰਨ ਸੰਜਮ, ਇਹ ਗੁਣ ਹੈ ਪ੍ਰਭੂ ਆਪ ਜੀ ਨੇ ਬਖਸ਼ਿਸ਼ ਕੀਤੇ। ਉਥੇ ਗੁਣ ਨਾਮ ਪਰਉਪਕਾਰ ਦਾ ਵੀ ਹੈ। ਹੱਬ ਗੁਣ ਤੈਡੇ ਨਾਨਕ ਜੀਓ ਮੈਂ ਕੂ ਥੀਏ, ਕਿ ਸਾਰੇ ਜੋ ਗੁਣ ਪਰਉਪਕਾਰ ਹਨ ਜੋ ਮੇਰੇ ਤਾਈਂ ਪ੍ਰਾਪਤ ਹੋਏ, ਪ੍ਰਭੂ ਜੀ ਆਪ ਜੀ ਨੇ ਹੀ ਪਰਉਪਕਾਰ ਕੀਤੇ ਹਨ। ਆਪ ਜੀ ਦੇ ਕੀਤੇ ਹੋਏ ਪਰਉਪਕਾਰ ਮੈਨੂੰ ਪ੍ਰਾਪਤ ਹੋਏ ਹਨ। ਮੇਰੇ ਤੇ ਆਪ ਜੀ ਨੇ ਬੇਅੰਤ ਕਿਰਪਾ ਕੀਤੀ, ਬੇਅੰਤ ਪਰਉਪਕਾਰ ਕੀਤੇ ਹਨ। ਸਤਿਗੁਰੂ ਜੀ ਦੀ ਇਹ ਨਿਰਮਾਣਤਾ ਹੈ, ਨਿਮਰਤਾ ਹੈ। ਸਾਨੂੰ ਸੰਸਾਰੀ ਜੀਵਾਂ ਨੂੰ ਦੱਸ ਰਹੇ ਆ ਕਿ ਭਾਈ ਜਿੰਨੇ ਵੀ ਗੁਣ ਵਾ ਇਹ ਵਾਹਿਗੁਰੂ ਵੱਲੋਂ ਪ੍ਰਾਪਤ ਹੁੰਦੇ ਹਨ। ਜਿੰਨੇ ਵੀ ਆ ਇਹ ਪਰਉਪਕਾਰ ਪਰਮੇਸ਼ਰ ਨੇ ਸਾਡੇ ਉੱਤੇ ਕੀਤੇ।
ਤੇ ਪ੍ਰਭੂ ਦੇ ਪਰਉਪਕਾਰਾਂ ਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਕੁ ਵਾਹਿਗੁਰੂ ਨੇ ਪਰਉਪਕਾਰ ਕੀਤੇ। ਬੇਅੰਤੀ ਪਰਉਪਕਾਰ ਹੈ। ਮਹਾਰਾਜ ਕਹਿੰਦੇ ਗਿਣ ਕੇ ਵੇਖ ਲਓ ਭਾਈ, ਗਿਣੇ ਨਹੀਂ ਜਾ ਸਕਦੇ। ਸਾਰੇ ਜੀਵਨ ਵਿੱਚ ਕਿੰਨੇ ਪਰਉਪਕਾਰ ਪਰਮੇਸ਼ਰ ਨੇ ਕੀਤੇ। ਬੇਅੰਤ ਦਾਤਾਂ ਦਿੱਤੀਆਂ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਜਨਮ ਤੋਂ ਤਾਂ ਪਹਿਲਾਂ ਵੀ ਉਸਨੇ ਪਰਉਪਕਾਰ ਕੀਤੇ ਆ। ਜਦੋਂ ਜਨਮ ਨਹੀਂ ਸੀ ਹਾਲੇ ਹੋਇਆ, ਗਰਭ ਦੇ ਵਿੱਚ ਜੀਵ ਪੁੱਠਾ ਲਟਕਦਾ ਤੇ ਉਸ ਵੇਲੇ ਵੀ ਰੱਖਿਆ ਉਹਨੇ ਕੀਤੀ ਹੈ, ਪਾਲਣਾ ਉਸੇ ਨੇ ਕੀਤੀ ਹੈ। ਸੁਖਮਨੀ ਸਾਹਿਬ ਚ ਮਹਾਰਾਜ ਫਰਮਾਉਂਦੇ ਨਾ, ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ। ਇਹ ਭਾਈ, ਉਹ ਪਰਮੇਸ਼ਰ ਵਾਹਿਗੁਰੂ ਕਿਉਂ ਵਿਸਰੇ, ਕਿਉਂ ਭੁੱਲੇ, ਜਿਸ ਨੇ ਗਰਭ ਅਗਨੀ ਵਿੱਚ ਰੱਖਿਆ ਕੀਤੀ। ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਉਹ ਪਰਮੇਸ਼ਰ ਕਿਉਂ ਭੁੱਲੇ ਜਿਸ ਨੇ ਸਾਰਾ ਕੁਝ ਹੀ ਦਿੱਤਾ ਹੈ। ਤੇ ਸਭ ਕੁਝ ਦੇ ਵਿੱਚ ਜਦੋਂ ਕੱਲੇ ਕੱਲੇ ਨੂੰ ਕੋਈ ਗਿਣਨ ਲੱਗ ਪਵੇ ਤੇ ਫਿਰ ਕਿੰਨੀਆਂ ਦਾਤਾਂ ਪਰਮੇਸ਼ਰ ਵਾਹਿਗੁਰੂ ਜੀ ਦੀਆਂ, ਦਾਤਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਸਭ ਕੁਝ ਜਿਸ ਨੇ ਦਿੱਤਾ ਹੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਜਿਸ ਨੇ ਜੀਣ ਵਾਸਤੇ ਜੀਵਨ ਦਿੱਤਾ ਹੈ। ਜੀਵਨ ਵੀ ਤਾਂ ਉਸੇ ਦੀ ਦਾਤ ਹੈ, ਜਿੰਦ ਵੀ ਤਾਂ ਉਸੇ ਨੇ ਦਿੱਤੀ ਹੈ, ਸਰੀਰ ਵੀ ਉਸੇ ਨੇ ਦਿੱਤਾ ਹੈ। ਇਸੇ ਕਰਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਰਦਾਸ ਤੋਂ ਪਹਿਲਾਂ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੇ ਅਖੀਰਲੇ ਪਦੇ ਦੀਆਂ ਪੰਕਤੀਆਂ ਪੜ੍ਹਦੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਕਿ ਤੁਸੀਂ ਮੇਰੇ ਮਾਲਕ ਹੋ ਤੇ ਮੇਰੀ ਆਪ ਜੀ ਦੇ ਪਾਸ ਬੇਨਤੀ ਹੈ। ਤੇ ਅਗਲੀ ਪੰਕਤੀ ਵਿੱਚ ਇਹ ਬੇਨਤੀ ਕੀਤੀ ਕਿ ਹੇ ਪ੍ਰਭੂ, ਇਹ ਸਾਰਾ ਕੁਝ ਤੁਸੀਂ ਮੈਨੂੰ ਦਿੱਤਾ ਹੈ, ਮੇਰਾ ਆਪਣੇ ਕੋਲੇ ਆਪਣਾ ਕੁਝ ਵੀ ਨਹੀਂ ਹੈ। ਜੀਓ ਪਿੰਡ ਸਭ ਤੇਰੀ ਰਾਸ, ਜਿੰਦ ਵੀ ਸਰੀਰ ਵੀ ਸਭ ਪ੍ਰਭੂ ਆਪ ਜੀ ਦੀ ਦਿੱਤੀ ਹੋਈ ਹੈ ਮੈਨੂੰ ਰਾਸ। ਇਹ ਰਾਸੀ, ਇਹ ਪੂੰਜੀ ਪ੍ਰਾਪਤ ਹੋਈ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। हे प्रभु, तू साडा माता पिता है, असी तेरे बच्चे हैं। तुमरी कृपा मह सुख कनेरे, कोई न जानै तुमरा अंत। ऊंचे ते ऊंचा भगवंत, सगल समगरे तुमरा सूत्र धारे। तुम ते होए सो आज्ञाकारी, तुमरी गत मित तुम ही जानी। नानक दास सदा कुर्बानी। हे प्रभु, आप जी तो सदा कुर्बान जाते, सदा सदके जाते। तो महाराज साहब कहते भी जिस वाहिगुरू परमेश्वर ने सारा कुछ ही दिता है, ये उहदे परोपकार आ साडे उत्ते। सुखमनी साहिब दे विच चौथी अष्टपदी दे पहले पदे विच ही महाराज साहब प्रभु दे परोपकारां नूं याद कराउंदिआं होए गरीब नवाज कहंदे चेते करिया कर भाई परमेश्वर दे गुणां नूं, चेते करिया कर वाहिगुरू दे परोपकारां नूं भी उहने किन्ने परोपकार कीते आ मेरे उत्ते। निर्गुण यार ए आनिया सो प्रभ सदा समाल। हे निर्गुण यार ते अनजान जीव, उस परमेश्वर नूं सदा चेते कर। जिन कीया तिस चीत रख, नानक निभही नाल। जिन्हें तैनूं पैदा कीता उहनूं तूं भी चेते विच रख, वो तेरे नाल निभण वाला है। अगे महाराज कहंदे रामैया के गुण चेत परानी। हे प्राणाधारी जीव, राम मैया दे गुणां नूं चेते कर। सोहणे राम दे परमेश्वर दे गुण नाम इत्थे परोपकारां दा है। प्रभु दे परोपकारां नूं चेते कर।
ਵੇਖ ਕਿੰਨੇ ਪਰਉਪਕਾਰ ਉਸ ਪਰਮੇਸ਼ਰ ਨੇ ਤੇਰੇ ਤੇ ਕੀਤੇ ਆ। ਕਦੀ ਧਿਆਨ ਮਾਰ ਕਿੰਨਾ ਕੁਝ ਉਸਨੇ ਤੈਨੂੰ ਦਿੱਤਾ ਹੈ। ਇਹ ਸਰੀਰ ਉਹਦੀ ਦਿੱਤੀ ਹੋਈ ਦਾਤ ਬਖਸ਼ਿਸ਼ ਹੈ, ਜਿੰਦ ਉਹਦੀ ਦਿੱਤੀ ਹੋਈ ਬਖਸ਼ਿਸ਼ ਹੈ, ਪਰਿਵਾਰ ਉਸਨੇ ਦਿੱਤਾ ਹੈ, ਖਾਣ ਪੀਣ ਪਹਿਨਣ ਵਾਸਤੇ ਸਾਰੀਆਂ ਦਾਤਾਂ ਉਸ ਵਾਹਿਗੁਰੂ ਨੇ ਦਿੱਤੀਆਂ। ਤੂੰ ਯਾਦ ਕਰ। ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਤੇਰਾ ਮੁੱਢ ਕੀ ਸੀ ਤੇ ਤੇਰਾ ਕਿਆ ਸੋਹਣਾ ਸਰੀਰ ਬਣਾ ਕੇ ਉਹਨੇ ਸੰਸਾਰ ਵਿੱਚ ਵਿਖਾ ਦਿੱਤਾ। ਮਾਤਾ ਦੇ ਖੂਨ ਤੋਂ, ਪਿਤਾ ਦੀ ਬਿੰਦ ਤੋਂ, ਮਾਂ ਕੀ ਰਕਤ ਪਿਤਾ ਬਿਦ ਧਾਰਾ ਤੋਂ ਇਹ ਸੋਹਣੀ ਨਰ ਨਰੈਣੀ ਦੇਹ ਬਣਾ ਦਿੱਤੀ ਹੈ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੀਗਾਰਿਆ। ਜਿਸ ਨੇ ਤੈਨੂੰ ਸਾਜਿਆ ਵੀ, ਤੈਨੂੰ ਸਵਾਰਿਆ ਵੀ, ਤੈਨੂੰ ਸ਼ਿੰਗਾਰਿਆ ਵੀ। ਗਰਭ ਅਗਨ ਮਹਿ ਜਿਨਹਿ ਉਬਾਰਿਆ, ਤੇ ਗਰਭ ਅਗਨੀ ਦੇ ਵਿੱਚ ਤੈਨੂੰ ਉਬਾਰਿਆ ਵੀ, ਬਚਾਇਆ ਵੀ ਭਾਈ। ਜਦੋਂ ਗਰਭ ਅੱਗ ਦੇ ਵਿੱਚ ਤੂੰ ਪੁੱਠਾ ਲਟਕਦਾ ਸੀ, ਤੇਰਾ ਸਿਰ ਹੇਠਾਂ ਨੂੰ ਸੀ, ਪੈਰ ਉੱਪਰ ਵੱਲ ਨੂੰ ਸੀ। ਮੁਖ ਤਲੇ ਪੈਰ ਉੱਪਰ ਏ ਵਸੰਦੋ ਕੋਹਥੜਾ ਥਾਏ, ਨਾਨਕ ਸੋ ਧਣੀ ਕਿਉ ਵਿਸਾਰੇ ਉਧਰਹਿ ਜਿਸ ਦਾ ਨਾਏ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਫਿਰ ਜਨਮ ਦਿੱਤਾ, ਬਾਰ ਵਿਵਸਥਾ ਤੁਝਹਿ ਪਿਆਰੈ ਦੂਧ। ਇਹ ਪ੍ਰਭੂ ਦੇ ਭਾਰੇ ਉਪਕਾਰ ਆ। ਬਾਲਕ ਅਵਸਥਾ ਵਿੱਚ ਉਹਨੇ ਪੀਣ ਵਾਸਤੇ ਦੁੱਧ ਦਿੱਤਾ ਹੈ। ਜਵਾਨੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਦਿੱਤੇ। ਬਿਰਧ ਅਵਸਥਾ ਵਿੱਚ ਅੰਗ ਸਾਕ ਦਿੱਤੇ ਆ। ਬੈਠੇ ਨੂੰ ਤੇਰੇ ਮੁਖ ਵਿੱਚ ਗਰਾਹੀਆਂ ਪਾਉਣ ਵਾਸਤੇ, ਮੁਖ ਵਿੱਚ ਬੁਰਕੀਆਂ ਪਾਉਣ ਵਾਸਤੇ। ਬਾਰ ਵਿਵਸਥਾ ਤੁਝਹਿ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕਉ ਦੈਨ। ਪਰ ਮਹਾਰਾਜ ਕਹਿੰਦੇ ਇੰਨੇ ਭਾਰੇ ਉਪਕਾਰ ਕੀਤੇ ਕਰਤਾ ਪੁਰਖ ਨੇ। ਇਹ ਨਿਰਗੁਣਿਆਰਾ ਜੀਵ ਫੇਰ ਪ੍ਰਭੂ ਦੇ ਗੁਣਾਂ ਨੂੰ ਨਹੀਂ ਯਾਦ ਕਰਦਾ, ਫੇਰ ਪ੍ਰਭੂ ਦੇ ਭਾਰੇ ਉਪਕਾਰਾਂ ਨੂੰ ਭੁਲਾ ਦਿੰਦਾ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਝੈ। ਮਹਾਰਾਜ ਪੰਚਮ ਪਾਤਸ਼ਾਹ ਫਰਮਾ ਰਹੇ ਆ, ਹਵ ਗੁਣ ਤੈਂਡੇ ਨਾਨਕ ਜੀਓ ਮੈਂ ਕੂ ਥੀਏ। ਵੀ ਜਿੰਨੇ ਵੀ ਗੁਣ ਮੈਨੂੰ ਪ੍ਰਾਪਤ ਹੋਏ ਆ, ਇਹ ਹਵ ਗੁਣ ਸਾਰੇ ਗੁਣ ਤੈਂਡੇ ਤੇਰੇ ਆ ਪ੍ਰਭੂ ਜੀ। ਇਹ ਤੁਸੀਂ ਦਿੱਤੇ ਆ ਜੋ ਮੈਨੂੰ ਪ੍ਰਾਪਤ ਹੋਏ। ਸਾਰੇ ਗੁਣ ਆਪ ਜੀ ਦੇ ਆ। ਤੁਸੀਂ ਗੁਣਾਂ ਦੇ ਦਾਤੇ ਹੋ। ਤੁਸੀਂ ਮਹਾਰਾਜ ਇਹ ਗੁਣ ਬਖਸ਼ਿਸ਼ ਕੀਤੇ ਆ। ਮੈਂ ਨਿਰਗੁਣ ਤੇ ਕਿਆ ਹੋਵੈ, ਮੈਂ ਤੇ ਨਿਰਗੁਣਿਆਰਾ ਹਾਂ। ਮੈਂ ਤੇ ਗੁਣਾਂ ਤੋਂ ਸਖਣਾ ਹਾਂ, ਗੁਣਾਂ ਤੋਂ ਖਾਲੀ ਹਾਂ, ਨਿਰਗੁਣ ਹਾਂ। ਤੇ ਮੇਰੇ ਤੋਂ ਨਿਰਗੁਣ ਤੋਂ ਕੀ ਹੋ ਸਕਦਾ ਹੈ? ਮੈਂ ਤਾਂ ਆਪ ਜੀ ਨੂੰ ਕੁਝ ਵੀ ਦੇਣ ਜੋਗਾ ਨਹੀਂ ਹਾਂ। ਆਪ ਜੀ ਨੇ ਕਿਰਪਾ ਕਰਕੇ ਹੈ ਪ੍ਰਭੂ ਮੈਨੂੰ ਗੁਣ ਬਖਸ਼ਿਸ਼ ਕੀਤੇ ਆ। ਮੇਰੇ ਤੋਂ ਕੁਝ ਵੀ ਨਹੀਂ ਹੁੰਦਾ ਹੈ। ਆਪ ਜੀ ਨੇ ਬੇਅੰਤ ਭਾਰੇ ਉਪਕਾਰ ਮੇਰੇ ਉੱਤੇ ਕੀਤੇ ਹਨ। ਮੈਂ ਗੁਣਾਂ ਤੋਂ ਖਾਲੀ ਆ। ਤੁਸੀਂ ਮੈਨੂੰ ਗੁਣਾਂ ਤੋਂ ਖਾਲੀ ਨੂੰ ਗੁਣ ਬਖਸ਼ ਕਰਕੇ ਗੁਣਵਾਨ ਬਣਾ ਦਿੱਤਾ ਹੈ। ਹੇ ਪ੍ਰਭੂ, ਤੇਰੇ ਜਿੱਡਾ ਵੱਡਾ ਸਾਰੇ ਸੰਸਾਰ ਦੇ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਹੋਰ ਕੋਈ ਦਾਤਾਰ ਨਹੀਂ ਹੈ, ਦਾਤਾਂ ਦੇਣ ਵਾਲਾ ਨਹੀਂ ਹੈ। ਤੁਸੀਂ ਹੀ ਇਹ ਸ਼ੁਭ ਗੁਣਾਂ ਦੀਆਂ ਦਾਤਾਂ ਦਿੰਦੇ ਹੋ। ਆਪ ਜੀ ਗੁਣ ਦੇ ਕੇ ਗੁਣਾਂ ਤੋਂ ਖਾਲੀਆਂ ਨੂੰ, ਨਿਰਗੁਣਵੰਤਿਆਂ ਨੂੰ ਗੁਣਵਾਨ ਬਣਾ ਦਿੰਦੇ ਹੋ। ਤੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਗੁਣ ਦਿੱਤੇ ਹੁੰਦੇ ਉਹਨਾਂ ਨੂੰ ਹੋਰ ਗੁਣ ਦੇ ਕਰਕੇ ਮਹਾਰਾਜ ਹੋਰ ਗੁਣਾਂ ਦੀ ਬਖਸ਼ਿਸ਼ ਕਰਦੇ ਹੋ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਝਾਈ, ਜੇ ਤਿਸ ਗੁਣ ਕੋਏ ਕਰੇ। ਤੇ ਐਸਾ ਕੋਈ ਨਹੀਂ ਦਿਸਦਾ, ਐਸਾ ਕੋਈ ਨਹੀਂ ਸੁਝਦਾ ਜਿਹੜਾ ਆਪ ਜੀ ਉੱਤੇ ਵੀ ਕੋਈ ਗੁਣ ਕਰ ਸਕਦਾ ਹੋਵੇ। ਨਹੀਂ, ਆਪ ਜੀ ਨੂੰ ਨਹੀਂ ਕੋਈ ਵੀ ਕੁਝ ਦੇ ਸਕਦਾ। ਆਪ ਜੀ ਉੱਤੇ ਨਹੀਂ ਕੋਈ ਗੁਣ ਕਰ ਸਕਦਾ, ਕੋਈ ਪਰਉਪਕਾਰ ਕਰ ਸਕਦਾ। ਇਹ ਪ੍ਰਭੂ ਜੀ, ਤੁਸੀਂ ਸਾਰਿਆਂ ਨੂੰ ਗੁਣ ਦਿੰਦੇ ਹੋ, ਸਾਰਿਆਂ ਦੇ ਉੱਤੇ ਪਰਉਪਕਾਰ ਕਰਦੇ ਹੋ ਤੇ ਆਪ ਦਾਤੇ ਹੋ। ਬਾਕੀ ਤੇ ਸਾਰੇ ਮੰਗਤੇ ਹੀ ਹਨ। ਤਉ ਜੇ ਵੱਡ ਦਾਤਾਰ ਨਾ ਕੋਈ, ਤੇਰੇ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ। हे ਪ੍ਰਭੂ,
ਤੁਸੀਂ ਸਾਰਿਆਂ ਤੋਂ ਵੱਡੇ ਦਾਤੇ ਹੋ। ਬਾਕੀ ਸਾਰੀ ਸ੍ਰਿਸ਼ਟੀ ਆਪ ਜੀ ਦੇ ਦਰ ਤੋਂ ਮੰਗਦੀ ਹੈ। ਜਾਚਕ ਸਦਾ ਜਾਚੁਗਾ। ਸਾਰੇ ਜਾਚਕ ਹਨ ਆਪ ਜੀ ਦੇ ਦਰ ਦੇ, ਤੇ ਜਾਚਕ ਬਣ ਕੇ, ਜਾਚਨਾ ਕਰਨ ਵਾਲੇ ਬਣ ਕੇ, ਭਿਖਾਰੀ ਬਣ ਕੇ ਆਪ ਜੀ ਦੇ ਦਰ ਤੋਂ ਮਹਾਰਾਜ ਮੰਗਦੇ ਹਨ। ਜਾਚਕ ਸਦਾ ਜਾਚੋਵੈ, ਜਾਚਕ ਸਦਾ ਜਾਚਨਾ ਕਰਦੇ ਰਹਿੰਦੇ। ਤੁਸੀਂ ਦਾਤੇ ਹੋ, ਵੱਡੇ ਦਾਤੇ, ਤੇ ਅਸੀਂ ਪ੍ਰਭੂ ਆਪ ਜੀ ਦੇ ਦਰ ਦੇ ਜਾਚਕ ਹਾਂ। ਅਸੀਂ ਆਪ ਜੀ ਦੇ ਦਰ ਦੇ ਮੰਗਤੇ ਹਾਂ, ਤੇ ਅਸੀਂ ਮੰਗਤੇ ਸਦਾ ਹੀ ਆਪ ਜੀ ਤੋਂ ਮੰਗਦੇ ਰਹਿੰਦੇ। ਸੰਸਾਰੀ ਦਾਤਾਂ ਵੀ ਮੰਗਦੇ ਹਾਂ। ਅਸੀਂ ਆਪ ਜੀ ਦੇ ਦਰ ਦੇ ਮੰਗਤੇ ਆਪ ਜੀ ਦਾ ਨਾਮ ਮੰਗਦੇ ਹਾਂ, ਆਪ ਜੀ ਦਾ ਦਰਸ਼ਨ ਮੰਗਦੇ ਹਾਂ, ਆਪ ਜੀ ਦਾ ਗਿਆਨ ਮੰਗਦੇ ਹਾਂ, ਆਪ ਜੀ ਤੋਂ ਸ਼ੁਭ ਗੁਣ ਮੰਗਦੇ ਹਾਂ। हे ਪ੍ਰਭੂ, ਅਸੀਂ ਜਾਚਕ ਹਾਂ ਤੇ ਸਦਾ ਹੀ ਜਾਚਦੇ ਰਹਿੰਦੇ ਹਾਂ, ਸਦਾ ਹੀ ਮੰਗਦੇ ਰਹਿੰਦੇ। ਤੁਸੀਂ ਦਾਤੇ ਹੋ, ਸਦਾ ਹੀ ਦਿੰਦੇ ਰਹਿੰਦੇ। ਸਾਰੀ ਸ੍ਰਿਸ਼ਟੀ ਆਪ ਜੀ ਦੇ ਦਰ ਦੀ ਮੰਗਤੀ ਹੈ, ਆਪ ਜੀ ਦੇ ਦਰ ਦੀ ਜਾਚਕ ਹੈ। ਜਾਚਕ ਅਨੇਕ ਸੋ ਏਕ ਦਵਈਆ, ਦੇਣ ਵਾਲੇ ਤੇ ਇੱਕੋ ਇੱਕ ਆਪ ਹੀ ਹੋ। ਸਾਰੇ ਜੀਵ ਆਪ ਜੀ ਦੇ ਦਰ ਦੇ ਭਿਖਾਰੀ ਹਨ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਨੂੰ ਦਾਤਾਂ ਦੇਣ ਵਾਲੇ ਇੱਕੋ ਇੱਕ ਆਪ ਹੀ ਹੋ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ। ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ। ਸਭ ਕਉ ਦੇਵਨਹਾਰ, ਸਭ ਕਉ ਦੇਵਨਹਾਰ, ਸਭ ਕਉ ਦੇਵਨਹਾਰ, ਸਭ ਕੋ ਦੇਵਨਹਾਰ। ਦੇਂਦੇ ਟੋਟ ਨ ਆਵਈ, ਦੇਂਦੇ ਟੋਟ ਨ ਆਵਈ, ਦਿੰਦੇ ਟੋਟ ਨ ਆਵਈ, ਦਿੰਦੇ ਟੋਟ ਨ ਆਵਈ। ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ। ਦੇਂਦੇ ਟੋਟ ਨ ਆਵਈ, ਦੇਂਦੇ ਟੋਟ ਨ ਆਵਈ, ਦਿੰਦੇ ਟੋਟ ਨ ਆਵਈ, ਦਿੰਦੇ ਟੋਟ ਨ ਆਵਈ। ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ। हे ਪ੍ਰਭੂ ਆਪ ਦਾਤੇ ਹੋ। ਬਾਕੀ ਸਾਰੀ ਸ੍ਰਿਸ਼ਟੀ ਜਾਚਕ ਹੈ ਤੇ ਸਦਾ ਜਾਚਦੀ ਰਹਿੰਦੀ ਹੈ। ਤੇਰੇ ਵਰਗਾ ਕੋਈ, ਤੇਰੇ ਜਿੱਡਾ ਵੱਡਾ ਕੋਈ ਦੂਸਰਾ ਦਾਤਾ ਹੀ ਨਹੀਂ ਹੈ। ਕਿਉਂਕਿ ਆਪ ਦਿੰਦੇ ਕਦੀ ਥੱਕਦੇ ਨਹੀਂ ਹੋ, ਨਾ ਕਦੀ ਕਾਹਲੇ ਪੈਂਦੇ ਹੋ, ਨਾ ਅੱਕਦੇ ਹੋ, ਨਾ ਅੱਕਦੇ ਹੋ, ਨਾ ਥੱਕਦੇ ਹੋ। ਸਾਰੀ ਸ੍ਰਿਸ਼ਟੀ ਆਪ ਜੀ ਤੋਂ ਰੋਜ਼ ਮੰਗੀ ਜਾਂਦੀ ਹੈ। ਜਪਜੀ ਸਾਹਿਬ ਦੇ ਵਿੱਚ ਜਗਤ ਗੁਰੂ ਜੀ ਨੇ ਫਰਮਾਇਆ ਕਿ ਉਹ ਪਰਮੇਸ਼ਰ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਦੇਣ ਵਾਲਾ ਥੱਕਦਾ ਨਹੀਂ, ਲੈਣ ਵਾਲੇ ਥੱਕ ਜਾਂਦੇ। ਦੇਂਦਾ ਦੇ, ਲੈਂਦੇ ਥੱਕ ਪਾਹੇ। ਦੇਣ ਵਾਲਾ ਦੇ ਹੀ ਜਾਂਦਾ, ਉਹ ਨਹੀਂ ਥੱਕਦਾ। ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਤੋਂ ਹੀ ਦਾਤਾਂ ਦੇ ਹੀ ਜਾ ਰਿਹਾ ਹੈ। ਕੋਈ 2-4 ਸਾਲਾਂ ਦੀਆਂ ਜਾਂ ਹੁਣ 2-4 ਦਿਨਾਂ ਦੀ ਗੱਲ ਨਹੀਂ।
ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, ਫਿਰ ਕੱਲੇ ਮਨੁੱਖਾਂ ਨੂੰ ਨਹੀਂ ਦਿੰਦਾ। 84 ਲੱਖ ਜੂਨਾਂ, 84 ਲੱਖ ਜੋਨ ਉਪਾਏ, ਰਿਜਕ ਦੀਆ ਸਭ ਹੋ ਕਉ ਤਦ ਕਾ। ਤਦ ਕਾ ਉਦੋਂ ਦਾ, ਉਦੋਂ ਦਾ ਕਿਦੋਂ ਦਾ? ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ, ਉਦੋਂ ਤੋਂ ਹੀ ਲੈ ਕਰਕੇ ਅੱਜ ਤੱਕ ਤੇ ਸਦਾ ਵਾਸਤੇ ਉਹ 84 ਲੱਖ ਜੂਨਾਂ ਨੂੰ ਰਿਜ਼ਕ ਦੇ ਰਿਹਾ ਹੈ। ਏਡਾ ਵੱਡਾ ਦਾਤਾ ਹੈ ਤੇ ਦੇ ਹੀ ਜਾਂਦਾ ਹੈ। ਯੁੱਗ ਬੀਤ ਗਏ ਆ, ਜੀਵ ਲੈ ਲੈ ਕੇ ਖਾਈ ਜਾਂਦੇ ਆ, ਲੈਣ ਵਾਲੇ ਥੱਕ ਜਾਂਦੇ ਆ, ਦੇਣ ਵਾਲਾ ਥੱਕਦਾ ਹੀ ਨਹੀਂ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਜੁਗੰਤਰਾਂ ਤੋਂ ਲੈ ਕੇ ਪਤਾ ਨਹੀਂ ਕਿੰਨੇ ਕੁ ਯੁੱਗ ਬੀਤ ਗਏ ਆ, ਜੀਵ ਲੈ ਲੈ ਖਾਈ ਜਾਂਦੇ ਆ ਤੇ ਥੱਕਣ ਤੋਂ ਭਾਵੇਂ ਹੈ ਸਰੀਰ ਵੀ ਬੰਦੇ ਦਾ ਥੱਕ ਹੀ ਜਾਂਦਾ ਨਾ ਆਖਰ। ਤੇ ਥੱਕਣ ਦਾ ਅਰਥ ਦੂਸਰਾ ਇਹ ਕੀਤਾ ਹੈ ਮਹਾਂਪੁਰਖਾਂ ਨੇ ਵੀ ਖਾਂਦਿਆਂ ਖਾਂਦਿਆਂ ਮੂੰਹ ਥੱਕ ਗਿਆ, ਖਾਂਦਿਆਂ ਖਾਂਦਿਆਂ ਦੰਦ ਥੱਕ ਗਏ। ਥੱਕਣ ਦਾ ਭਾਵ ਕੀ ਹੋਇਆ ਵੀ ਖਾਂਦਿਆਂ ਖਾਂਦਿਆਂ ਪਰਮੇਸ਼ਰ ਦੀਆਂ ਦਾਤਾਂ ਤੇ ਬਜ਼ੁਰਗ ਹੋ ਗਿਆ ਤੇ ਮੂੰਹ ਚੋਂ ਦੰਦ ਨਿਕਲ ਗਏ। ਦੰਦ ਜਿਹੜੇ ਉਹ ਸਮੇਂ ਦੇ ਨਾਲ ਟੁੱਟ ਹੀ ਜਾਂਦੇ ਆ, ਲੱਥ ਹੀ ਜਾਂਦੇ, ਝਾੜ ਹੀ ਜਾਂਦੇ ਆ, ਨਵੇਂ ਲਵਾਉਣੇ ਪੈਂਦੇ ਆ। ਅੱਜ ਕੱਲ੍ਹ ਲੱਗ ਜਾਂਦੇ ਆ, ਲੋਕ ਮਹਿੰਗੇ ਮਹਿੰਗੇ ਦੰਦ ਲਵਾਉਂਦੇ ਆ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਗੁਰਬਾਣੀ 'ਚ ਬਚਨ ਕਹੇ ਗੁਰੂ ਸਾਹਿਬ ਜੀ ਨੇ ਵੀ ਵਾਹਿਗੁਰੂ ਦੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ। ਪਦਾਰਥ ਤਾਂ ਨਹੀਂ ਮੁੱਕਿਆ, ਦਾਤਾਂ ਤੇ ਨਹੀਂ ਮੁੱਕੀਆਂ, ਪਰ ਦੰਦ ਮੁੱਕ ਗਏ, ਦੰਦ ਨਿਕਲ ਗਏ ਮੂੰਹ ਦੇ ਵਿੱਚੋਂ ਉਮਰ ਪੂਰੀ ਹੋਣ ਦੇ ਨਾਲ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪੈ ਨੰਦਿਆਂ ਸਭ ਅੰਗ, ਤੇ ਬਸਤਰ ਪਹਿਨਦਿਆਂ ਸਰੀਰ ਦੇ ਅੰਗ ਘਸ ਗਏ, ਸਰੀਰ ਦੇ ਅੰਗ ਘਸ ਗਏ। ਸਰੀਰ ਦੇ ਅੰਗ ਵੀ ਕਮਜ਼ੋਰ ਹੋ ਜਾਂਦੇ ਸਮੇਂ ਦੇ ਨਾਲ, ਗੋਡੇ ਮੋਢੇ ਜਿਹੜੇ ਸਾਥ ਛੱਡ ਹੀ ਜਾਂਦੇ, ਸਰੀਰ ਕਮਜ਼ੋਰ ਹੋ ਜਾਂਦਾ। ਪੈ ਨੰਦਿਆਂ ਸਭ ਅੰਗ, ਤੇ ਨਾਲ ਅਗਲਾ ਬਚਨ ਕੀਤਾ ਵੀ ਜਿਹਦੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੂੰਹ ਚੋਂ ਦੰਦ ਨਿਕਲ ਗਏ ਆ, ਸਰੀਰ ਦੇ ਅੰਗ ਘਸ ਗਏ ਆ, ਜੇ ਉਹਦੇ ਨਾਲ ਫਿਰ ਪ੍ਰੇਮ ਨਹੀਂ ਲੱਗਦਾ ਤੇ ਧਰਕਾਰ ਐਸੇ ਜੀਵਨ ਨੂੰ। ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਏਡਾ ਵੱਡਾ ਦਾਤਾ ਸੈਲ ਪੱਥਰਾਂ ਦੇ ਵਿੱਚ, ਖੁਸ਼ਕ ਪੱਥਰਾਂ ਦੇ ਵਿੱਚ ਵੀ ਕੀੜੇ ਜੀਵ ਜੰਤੂ ਪੈਦਾ ਕੀਤੇ ਆ, ਉਹਨਾਂ ਦਾ ਰਿਜ਼ਕ ਉੱਥੇ ਪਹਿਲਾਂ ਪੜਾਇਆ। ਜੀਵ ਨੂੰ ਬਾਅਦ ਵਿੱਚ ਪੈਦਾ ਕਰਦਾ, ਰਿਜ਼ਕ ਪਹਿਲਾਂ ਪੈਦਾ ਕਰਦਾ। ਸੈਲ ਪੱਥਰ ਮਹਿ ਜੰਤਿ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਆਗੇ ਕਰ ਧਰਿਆ ਤੋਂ ਭਾਵ ਹੈ ਉਹ ਜੀਵ ਜੰਤੂ ਨੂੰ ਬਾਅਦ 'ਚ ਪੈਦਾ ਕੀਤਾ ਵਾ ਤੇ ਪੱਥਰ 'ਚ ਉਹਦਾ ਖਾਣ ਦਾ ਪ੍ਰਬੰਧ ਪਹਿਲਾਂ ਕੀਤਾ। ਦਸ਼ਮੇਸ਼ ਪਾਤਸ਼ਾਹ ਜੀ ਕਹਿੰਦੇ ਆਪਣੀ ਰਸਨਾ ਤੋਂ, ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤਿ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਧਿਪ ਸਰਬ ਸਮੈ, ਸਭ ਕੋ ਪ੍ਰਤਿਪਾਰੈ, ਓਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਕਲਗੀਧਰ ਪਾਤਸ਼ਾਹ ਨੇ ਇੱਕ ਹੋਰ ਬੜਾ ਵੱਡਾ ਗੁਣ ਬਿਆਨ ਕੀਤਾ। ਕਹਿੰਦੇ ਉਹ ਵੱਡਾ ਦਾਤਾ ਪਰਮੇਸ਼ਰ ਉਹ ਸਾਰਿਆਂ ਦੇ ਦੋਸ਼ਾਂ ਨੂੰ ਵੀ ਵੇਖਦਾ ਹੈ, ਸਾਰਿਆਂ ਦੀਆਂ ਗਲਤੀਆਂ ਵੀ ਵੇਖਦਾ, ਸਾਰਿਆਂ ਦੇ ਗੁਨਾਹ ਵੀ ਵੇਖਦਾ ਹੈ, ਕਿਉਂਕਿ ਉਹਦੇ ਤੋਂ ਕੋਈ ਗਲਤੀ ਲੁਕਾ ਹੀ ਨਹੀਂ ਸਕਦਾ, ਉਹਦੇ ਤੋਂ ਕੋਈ ਆਪਣਾ ਦੋਸ਼ ਲੁਕਾ ਹੀ ਨਹੀਂ ਸਕਦਾ। ਬੰਦਾ ਬੰਦੇ ਤੋਂ ਕੁਝ ਛੁਪਾ ਸਕਦਾ, ਲੁਕਾ ਸਕਦਾ ਹੈ, ਪਰ ਕਰਤਾਰ ਦੇ ਪਾਸੋਂ ਨਹੀਂ ਕੁਝ ਵੀ ਲੁਕਾਇਆ ਜਾ ਸਕਦਾ। ਉਹ ਅੰਤਰਜਾਮੀ ਹੈ, ਅੰਦਰੋਂ ਬਾਹਰੋਂ ਵੇਖਦਾ ਹੈ, ਸਾਰਿਆਂ ਦੇ ਦੋਸ਼ਾਂ ਨੂੰ ਵੇਖਦਾ ਹੋਇਆ ਫਿਰ ਵੀ ਰੋਜੀ ਦਿੰਦਾ। ਇਸ ਕਰਕੇ ਉਹ ਵੱਡਾ ਦਾਤਾ ਹੈ। ਸਾਰਿਆਂ ਦੀਆਂ ਗਲਤੀਆਂ ਵੀ ਵੇਖਦਾ ਹੋਇਆ ਤੇ ਉਹ ਫਿਰ ਵੀ ਉਹ ਰਿਜ਼ਕ ਬੰਦ ਨਹੀਂ ਕਰਦਾ ਹੈ। ਦੀਨ ਦਇਆਲ ਦਇਆ ਨਿਧ, ਤਾਂ ਨੂੰ ਦਇਆ ਦੀ ਨਿਧੀ ਆਖਿਆ, ਦਇਆ ਦਾ ਸਾਗਰ ਆਖਿਆ, ਤਾਂ ਦਇਆ ਦੇ ਨਾਲ ਭਰਿਆ ਹੋਇਆ ਉਸ ਨੂੰ ਆਖਿਆ ਹੈ ਕਿ ਉਹ ਦੋਸ਼ਾਂ ਨੂੰ ਵੇਖ ਕਰਕੇ ਫਿਰ ਵੀ ਰੋਜੀ ਰੋਟੀ ਦੇਈ ਜਾਂਦਾ। ਉਹ ਕਹਿੰਦਾ ਇਹ ਗਲਤੀ ਭੁੱਲ ਦਾ ਜਿਹੜਾ ਹੈ ਨਾ ਲੇਖਾ ਜੋਖਾ ਤੇਰਾ ਇਹ ਵੀ ਹੋਵੇਗਾ, ਪਰ ਤੇਰੀ ਰੋਟੀ ਬੰਦ ਨਹੀਂ ਕਰਨੀ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਦਾਤਾ ਹੈ।
ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਤੋ ਜੇ ਵੱਡਾ ਤਾਰ ਨਾ ਕੋਈ, हे ਪ੍ਰਭੂ ਤੇਰੇ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ। ਬਾਕੀ ਸਾਰੇ ਛੋਟੇ ਛੋਟੇ ਦਾਤੇ ਆ ਜਿਹੜੇ ਦੁਨੀਆ 'ਚ ਦਾਤੇ ਬਣੇ ਪਏ ਆ, ਉਹ ਵੀ ਤੇਰੇ ਪੈਦਾ ਕੀਤੇ ਹੋਏ, ਆਪਣੇ ਆਪ ਉਹ ਵੀ ਨਹੀਂ ਬਣੇ। ਉਹਨਾਂ ਨੂੰ ਵੀ ਤੁਸੀਂ ਪਦਾਰਥ ਦਿੱਤੇ, ਤੁਸੀਂ ਧਨ ਦੌਲਤ ਦਿੱਤੀ, ਉਹਦੇ ਵਿੱਚੋਂ ਅੱਗੇ ਉਹ ਕੋਈ ਦਾਨ ਪੁੰਨ ਕਰਦੇ ਆ, ਪਰ ਉਹ ਤੇਰੇ ਪੈਦਾ ਕੀਤੇ ਹੋਏ ਸਭ ਤੋਂ ਵੱਡਾ ਦਾਤਾ ਤੇ ਤੂੰ ਆਪ ਹੀ ਹੈ। ਜਾਚਕ ਸਦਾ ਜਾਚੋਵੈ, ਬਾਕੀ ਸਾਰੇ ਜਾਚਕਾ ਤੇਰੇ ਦਰ ਦੇ ਮੰਗਤੇ ਆ ਤੇ ਸਾਰੇ ਜਾਚਨਾ ਕਰਦੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਹੈ ਪੂਰਨ ਹੋਵਹਿ ਕਾਮ। ਸਾਰਾ ਜਗਤ ਹੀ ਭਿਖਾਰੀ ਹੈ। ਉਂਝ ਨਾ ਮਨੁੱਖ ਦਾ ਸੁਭਾਅ ਹੈ, ਇਹ ਭਿਖਾਰੀ ਦੇ ਨਾਲ ਬੜੀ ਘਿਰਣਾ ਕਰਦਾ ਹੈ, ਭਿਖਾਰੀ ਦੇ ਨਾਲ ਬੜੀ ਨਫ਼ਰਤ ਕਰਦਾ ਹੈ, ਇਹਨੂੰ ਭਿਖਾਰੀ ਚੰਗਾ ਨਹੀਂ ਲੱਗਦਾ। ਤੇ ਇਹ ਭਿਖਾਰੀ ਪਤਾ ਕਿਹਨੂੰ ਕਹਿੰਦਾ ਹੈ? ਭਿਖਾਰੀ ਉਹਨੂੰ ਕਹਿੰਦਾ ਹੈ ਵੀ ਜਿਹੜੇ ਸੜਕ ਦੇ ਖਲੋ ਕੇ ਮੰਗਦੇ ਆ, ਜਿਹੜੇ ਗਲੀਆਂ 'ਚ ਵਿੱਚ ਵਿਚਰ ਕੇ ਮੰਗਦੇ ਆ, ਜਿਹੜੇ ਧਾਰਮਿਕ ਸਥਾਨ ਦੇ ਬਾਹਰ ਖਲੋਤੇ ਹੋਏ ਹੱਥ ਵਿੱਚ ਠੂਠਾ ਫੜ ਕੇ, ਹੱਥ ਵਿੱਚ ਭਾਂਡਾ ਫੜ ਕੇ ਉਹ ਮੰਗਦੇ। ਉਹ ਕਹਿੰਦੇ ਵੀ 5 ਰੁਪਈਏ ਦੇ ਦਿਓ, 10 ਰੁਪਈਏ ਦੇ ਦਿਓ, ਮੈਨੂੰ 10 ਰੁਪਈਏ ਦੇ ਦੇ। ਉਂਝ ਮੰਗਣ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ, ਫੇਰ ਹੀ ਕੋਈ ਕੁਝ ਮੰਗ ਸਕਦਾ ਹੈ। ਜਿਹੜਾ ਮੰਗਤਾ ਬਣਿਆ ਹੈ ਉਹਨੇ ਆਪਣੀ ਅਣਖ ਮਾਰੀ, ਆਪਣੀ ਗੈਰਤ ਮਾਰੀ, ਆਪਣੀ ਇੱਜ਼ਤ ਖਤਮ ਕੀਤੀ। ਉਹਨੂੰ ਭਾਵੇਂ ਕੋਈ ਬੁਰਾ ਵੀ ਬੋਲੀ ਜਾਵੇ, ਭਾਵੇਂ ਉਹਨੂੰ ਕੋਈ ਕਬੋਲ ਬੋਲੇ, ਭਾਵੇਂ ਉਹਨੂੰ ਗਾਲਾਂ ਵੀ ਕੋਈ ਕੱਢ ਦੇਵੇ, ਪਰ ਉਹ ਫਿਰ ਵੀ ਕਹਿੰਦਾ 10 ਰੁਪਈਏ ਦੇ ਦੇ। ਉਹ ਫਿਰ ਵੀ ਕਹਿੰਦਾ ਤੇਰਾ ਭਲਾ ਹੋਵੇ, ਮੈਨੂੰ 5 ਰੁਪਈਏ ਦੇ ਜਾ। ਤੇ ਉਹਨਾਂ ਨੂੰ ਲੋਕ ਮੰਗਤੇ ਕਹਿੰਦੇ ਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਸਾਰੀ ਸ੍ਰਿਸ਼ਟੀ ਮੰਗਤੀ ਕਿ ਬੰਦਿਆ ਤੂੰ ਉਹ 5 ਰੁਪਈਏ 10 ਰੁਪਈਏ ਮੰਗਣ ਵਾਲੇ ਨੂੰ ਤਾਂ ਭਿਖਾਰੀ ਕਹਿਣਾ, ਮੰਗਤਾ ਕਹਿਣਾ, ਤੇ ਆਪਣੇ ਆਪ ਨੂੰ ਦਾਤਾ ਸਮਝਦਾ। ਉਹ ਬਾਰ-ਬਾਰ ਖਲੋ ਕੇ ਮੰਗਦੇ ਆ, ਉਹਦੇ ਕੋਲੇ ਹੈ ਕੁਝ ਨਹੀਂ, ਉਹ ਤਾਂ 5 ਰੁਪਈਏ ਮੰਗਦਾ, 10 ਰੁਪਈਏ ਮੰਗਦਾ, ਤੇ ਤੈਨੂੰ ਦਿੱਤਾ ਸਾਰਾ ਕੁਝ ਆ ਕਰਤਾਰ ਨੇ, ਤੂੰ ਫੇਰ ਮੰਗਦਾ। ਫਿਰ ਤੂੰ ਵੀ ਤਾਂ ਭਿਖਾਰੀ ਹੈ। ਭਿਖਾਰੀ ਸਾਰੀ ਦੁਨੀਆ ਹੈ, ਰਾਜੇ ਵੀ ਭਿਖਾਰੀ ਹੈ। ਰਾਜੇ ਕਿਹੜਾ ਨਹੀਂ ਮੰਗਦੇ। ਉਹ ਰਾਜਾ ਸ਼ਿਕਾਰ ਖੇਡਣ ਵਾਸਤੇ ਗਿਆ, ਉਹਨੂੰ ਪਿਆਸ ਲੱਗੀ ਤਾਂ ਕਿਸੇ ਨੇ ਪਾਣੀ ਪਿਆਇਆ, ਰਾਜਾ ਖੁਸ਼ ਹੋ ਗਿਆ, ਆਪਣੀ ਮੁੰਦਰੀ ਲਾਹ ਕਰਕੇ ਪਾਣੀ ਪਿਆਉਣ ਵਾਲੇ ਨੂੰ ਦੇ ਦਿੱਤੀ। ਕਹਿਣ ਲੱਗਾ ਜਦੋਂ ਕਿਤੇ ਤੈਨੂੰ ਕੋਈ ਲੋੜ ਪਵੇ ਨਾ, ਤੇ ਇਹ ਛਾਪ ਵਿਖਾ ਕੇ, ਇਹ ਨਿਸ਼ਾਨੀ ਵਿਖਾ ਕੇ, ਪਹਿਰੇਦਾਰਾਂ ਨੂੰ ਦੱਸ ਕੇ ਤੇ ਮੇਰੇ ਮਹਿਲਾਂ ਵਿੱਚ ਆ ਜਾਵੀਂ, ਤੇ ਜੋ ਤੈਨੂੰ ਚਾਹੀਦਾ ਹੋਇਆ ਮੇਰੇ ਤੋਂ ਆ ਕੇ ਲੈ ਲੈ। ਉਹਨੇ ਪਾਣੀ ਪਿਆਉਣ ਵਾਲੇ ਨੇ ਇੱਕ ਦਿਨ ਖਿਆਲ ਕੀਤਾ ਵੀ ਚਲੋ ਰਾਜੇ ਨੂੰ ਮਿਲ ਆਉਣੇ। ਪਹਿਰੇਦਾਰਾਂ ਨੂੰ ਉਹ ਛਾਪ ਵਿਖਾ ਕੇ ਵੀ ਆ ਰਾਜੇ ਨੇ ਮੈਨੂੰ ਦਿੱਤੀ ਸੀ, ਉਹਨੇ ਆਖਿਆ ਸੀ ਇਹ ਵਿਖਾ ਕੇ ਆ ਕੇ ਮਿਲ ਲਾਂਗੇ, ਮੈਂ ਰਾਜੇ ਨੂੰ ਮਿਲਣਾ। ਉਹਨਾਂ ਅੱਗੇ ਲੈ ਗਏ ਸਿਪਾਹੀ, ਤੇ ਅੱਗੇ ਰਾਜਾ ਪ੍ਰਾਰਥਨਾ ਕਹਿੰਦੇ ਕਰ ਰਿਹਾ, ਉੱਥੇ ਲੈ ਕੇ ਜਿੱਥੇ ਪ੍ਰਾਰਥਨਾ ਕਰ ਰਿਹਾ ਸੀ, ਅਰਦਾਸ ਕਰ ਰਿਹਾ, ਤੇ ਉੱਥੇ ਹੱਥ ਜੋੜ ਕੇ ਖਲੋਤਾ ਹੈ ਤੇ ਅਰਦਾਸ ਕਰ ਰਿਹਾ ਹੈ ਪਰਮੇਸ਼ਰ ਦੇ ਅੱਗੇ ਵੀ ਹੇ ਵਾਹਿਗੁਰੂ ਹੋਰ ਦੇ, ਮੈਨੂੰ ਹੋਰ ਮਾਇਆ ਦੇ, ਹੋਰ ਦੌਲਤ ਦੇ, ਹੋਰ ਰੁਪਈਏ ਦੇ, ਹੋਰ ਰਾਜ ਭਾਗ ਮੇਰਾ ਵੱਡਾ ਕਰ। ਉਹ ਜਿਹੜਾ ਗਿਆ ਸੀ, ਜਦੋਂ ਉਹਨੂੰ ਮਿਲਿਆ ਤੇ ਉਹਨੇ ਆਖਿਆ ਰਾਜਾ ਮੈਂ ਤਾਂ ਨਹੀਂ ਤੇਰੇ ਤੋਂ ਕੁਝ ਵੀ ਲੈਣਾ। ਸਿਦਕ ਵਾਲਾ ਸੀ, ਸੰਤੋਖ ਵਾਲਾ ਸੀ ਉਹ ਬੰਦਾ, ਕੋਈ ਸਮਝ ਵਾਲਾ ਸੀ। ਉਹਨੇ ਕਿਹਾ ਕੀ ਗੱਲ? ਉਹਨੇ ਕਿਹਾ ਰਾਜਾ ਤੂੰ ਤੇ ਆਪ ਭਿਖਾਰੀ ਹੈ, ਤੂੰ ਵੀ ਮੰਗਣ ਡਿਆ, ਜਿਹਦੇ ਤੋਂ ਤੂੰ ਮੰਗਦਾ ਮੈਂ ਵੀ ਉਹਦੇ ਤੋਂ ਹੀ ਮੰਗਾਂਗਾ, ਮੈਂ ਤੇਰੇ ਤੋਂ ਕਿਉਂ ਮੰਗਣਾ? ਜਿਹਦੇ ਤੋਂ ਤੂੰ ਮੰਗ ਰਿਹਾ ਵਾ ਵੀ ਮੇਰਾ ਰਾਜ ਭਾਗ ਹੋਰ ਵਧਾ, ਮੈਨੂੰ ਦੌਲਤ ਹੋਰ ਦੇ, ਮੈਂ ਵੀ ਉਹਦੇ ਤੋਂ ਮੰਗਾਂਗਾ। ਉਹਨੇ ਕਿਹਾ ਤੂੰ ਵੀ ਤਾਂ ਭਿਖਾਰੀ ਹੈ, ਰੱਬ ਦਾ ਭਿਖਾਰੀ। ਰੱਬ ਦੇ ਸਾਰੇ ਭਿਖਾਰੀ ਹੈ, ਗੁਰੂ ਦੇ ਸਾਰੇ ਭਿਖਾਰੀ ਹੈ। ਇਕੱਲੇ ਉਹ ਭਿਖਾਰੀ ਨਹੀਂ ਹੁੰਦੇ ਜਿਹੜੇ ਧਾਰਮਿਕ ਸਥਾਨ ਦੇ ਬਾਹਰ ਜਾਂ ਸੜਕਾਂ ਦੇ ਉੱਤੇ ਲੈ ਕੇ 5-10 ਰੁਪਈਏ ਮੰਗਦੇ ਆ। ਉਹਨਾਂ ਕੋਲੇ ਤੇ ਹੈ ਨਹੀਂ, ਉਹ ਤਾਂ ਮੰਗਦੇ ਆ।
ਤੇ ਮਹਾਰਾਜ ਕਹਿੰਦੇ ਭਾਈ ਤੈਨੂੰ ਤਾਂ ਦਿੱਤਾ ਵੀ ਸਭ ਕੁਝ ਕਰਤਾਰ ਨੇ, ਤੂੰ ਫੇਰ ਆ ਕੇ ਰੋਜ਼ ਹੀ ਮੰਗਣਾ। ਕਿਹੜਾ ਬੰਦਾ ਨਹੀਂ ਮੰਗਦਾ? ਹਰ ਇੱਕ ਦੇ ਅੰਦਰ ਕਾਮਨਾ ਚੱਲਦੀ ਹੈ, ਸਾਰੀ ਸ੍ਰਿਸ਼ਟੀ ਹੀ ਮੰਗਤੀ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਹੀ ਵਾਹਿਗੁਰੂ ਜੀ ਦੇ ਦਰ ਦੇ ਜਾਚਕ ਬਣ ਕੇ ਤੇ ਮੰਗਦੇ ਆ, ਪਰ ਉਹ ਪਰਮੇਸ਼ਰ ਏਡਾ ਵੱਡਾ ਦਾਤਾ, ਉਹ ਸਾਰਿਆਂ ਦੀਆਂ ਝੋਲੀਆਂ ਭਰਦਾ, ਸਭ ਨੂੰ ਦਿੰਦਾ ਹੈ। ਉਹ ਅੱਕਦਾ ਨਹੀਂ, ਥੱਕਦਾ ਨਹੀਂ, ਕੋਈ ਵਾਰ-ਵਾਰ ਜਿੰਨੀ ਵਾਰੀ ਮਰਜ਼ੀ ਮੰਗੀ ਜਾਵੇ। ਪਰ ਮਹਾਰਾਜ ਸਾਹਿਬ ਜੀ ਨੇ ਇਹ ਵੀ ਆਖਿਆ ਕਿ ਭਾਈ ਸਾਰੀ ਜ਼ਿੰਦਗੀ ਦਾਤਾ ਮੰਗਦਿਆਂ ਹੀ ਨਾ ਲੰਘ ਜਾਵੇ, ਕਦੀ ਦਾਤੇ ਨੂੰ ਵੀ ਮੰਗੀਏ। ਪਦਾਰਥ ਮੰਗਦਿਆਂ ਹੀ ਨਾ ਸਾਰੀ ਜ਼ਿੰਦਗੀ ਗੁਜ਼ਰ ਜਾਵੇ, ਕਦੀ ਪ੍ਰਮਾਤਮਾ ਨੂੰ ਵੀ ਮੰਗੀਏ, ਪ੍ਰਮਾਤਮਾ ਦੇ ਨਾਮ ਨੂੰ ਵੀ ਮੰਗੀਏ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਸਾਰੀ ਸ੍ਰਿਸ਼ਟੀ ਹੱਥ ਜੋੜ ਕੇ ਖਲੋਤੀ ਵਾਹਿਗੁਰੂ ਜੀ ਦੇ ਦਰ ਤੋਂ ਮੰਗ ਰਹੀ ਹੈ, ਇਹ ਪ੍ਰਭੂ ਤੇਰੇ ਜਿੱਡਾ ਵੱਡਾ ਕੋਈ ਦਾਤਾ ਨਹੀਂ ਹੈ। ਤੇ ਬਾਕੀ ਸਾਰੀ ਸ੍ਰਿਸ਼ਟੀ ਜਾਚਕ ਹੋ ਕੇ ਸਦਾ ਹੀ ਮੰਗਦੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਹੋਰ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਵੀ ਜਿਸ ਵੇਲੇ ਇਹ ਦੇਹ ਛਿਜੰਦੜੀ ਇਹ ਛਿਜਦੀ ਹੈ ਨਾ, ਦੇਹ ਨਾਸ ਹੁੰਦੀ ਹੈ। ਕੂਣ ਮਝੂਣਾ, ਕੂਣ ਨਾਮ ਹੈ ਖਾਲੀ ਦਾ ਤੇ ਮਝੂਣਾ ਨਾਮ ਹੈ ਹਿਰਦੇ ਦਾ। ਜਿਨ੍ਹਾਂ ਜੀਵਾਂ ਦਾ ਮਝੂਣਾ ਹਿਰਦਾ ਸ਼ੁਭ ਗੁਣਾ ਤੋਂ ਖਾਲੀ ਹੈ, ਨਾਮ ਤੋਂ ਖਾਲੀ ਹੈ, ਪ੍ਰਭੂ ਦੇ ਗਿਆਨ ਤੋਂ ਸਖਣਾ ਹੈ, ਨਾਮ ਤੋਂ ਖਾਲੀ ਹੈ, ਉਹ ਉਸ ਵੇਲੇ ਊਣ ਮਝੂਣਾ, ਉਹ ਹਿਰਦਾ ਜੋ ਖਾਲੀ ਹੈ, ਉਹ ਝੂਣਾ ਝੂਰਦਾ ਹੈ। ਫਿਰ ਖਾਲੀ ਹਿਰਦਾ ਝੂਰਦਾ ਹੈ ਜਿਸ ਵੇਲੇ ਦੇਹ ਤਿਆਗੀ ਜਾਂਦੀ ਹੈ, ਜਦੋਂ ਸਰੀਰ ਤਿਆਗਿਆ ਜਾਂਦਾ, ਉਸ ਵੇਲੇ ਫਿਰ ਉਹ ਝੂਰਦਾ ਹੈ, ਸੋਗ ਕਰਦਾ ਹੈ। ਜਿਹੜਾ ਹਿਰਦਾ ਨਾਮ ਤੋਂ ਖਾਲੀ ਹੈ ਉਹ ਦੁਖੀ ਹੁੰਦਾ ਹੈ। ਮਹਾਰਾਜ ਕਹਿੰਦੇ ਸਾਨੂੰ ਤਾਂ ਗੁਰੂ ਸੱਜਣ ਨੇ ਕਿਰਪਾ ਕੀਤੀ ਹੈ ਕਿ ਇਹ ਜੀਓ ਨੂੰ, ਇਹ ਹਿਰਦੇ ਨੂੰ, ਜਿੰਦ ਨੂੰ ਧੀਰਜ ਦਿੱਤੀ ਹੈ, ਧਰਾਇਆ, ਧੀਰਜ ਧਰਾਇਆ, ਧਰਵਾਸਾ ਦਿੱਤਾ ਹੈ, ਹੌਸਲਾ ਦਿੱਤਾ ਹੈ। ਗੁਰੂ ਸੱਜਣ ਨੇ ਆਪ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਕਰਕੇ, ਗਿਆਨ ਦੀ ਦਾਤ ਬਖਸ਼ ਕਰਕੇ ਜਿਨ੍ਹਾਂ ਦਾ ਹਿਰਦਾ ਧੀਰਜ ਦੇ ਸਹਿਤ ਕੀਤਾ ਹੈ, ਉਹ ਸਰੀਰ ਤਿਆਗਣ ਲੱਗਿਆਂ ਝੂਰਦੇ ਨਹੀਂ ਹਨ। ਉਹ ਸੁਖੈਨ ਹੀ ਵਾਹਿਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਨਾਮ ਨਾਲ ਜੁੜੇ ਹੋਏ ਸਰੀਰ ਤਿਆਗ ਜਾਂਦੇ ਹਨ। ਨਹੀਂ ਤਾਂ ਜਿਨ੍ਹਾਂ ਦਾ ਹਿਰਦਾ ਨਾਮ ਤੋਂ ਖਾਲੀ ਹੈ ਉਹਨਾਂ ਨੂੰ ਝੂਰਨਾ ਪੈਂਦਾ, ਦੁਖੀ ਹੋਣਾ ਪੈਂਦਾ ਹੈ। ਉਹਨਾਂ ਗੁਰਮੁਖਾਂ ਨੂੰ ਹੱਬੇ ਸੁਖ, ਹੱਬੇ ਸੁਖ ਤੋਂ ਭਾਵ ਹੈ ਸਭੇ ਸੁਖ, ਸਾਰੇ ਸੁਖ ਹੀ ਉਹਨਾਂ ਨੂੰ ਪ੍ਰਾਪਤ ਹੋ ਗਏ। ਜਿਵੇਂ ਸਭ ਆਖਿਆ ਜਾਂਦਾ, ਇਸੇ ਤਰ੍ਹਾਂ ਹੱਬ, ਹੱਬ ਦਾ ਅਰਥ, ਹੱਬੇ ਦਾ ਅਰਥ ਹੈ ਸਭੇ, ਸਾਰੇ ਸੁਖ ਹੀ ਪ੍ਰਾਪਤ ਹੋ ਗਏ ਜਦੋਂ ਗੁਰੂ ਸੱਜਣ ਨੇ ਕਿਰਪਾ ਕੀਤੀ। ਉਹ ਸਾਰੇ ਸੁੱਖ ਕਿਹੜੇ ਆ? ਨਾਮ ਪ੍ਰਾਪਤ ਹੋ ਗਿਆ, ਗਿਆਨ ਪ੍ਰਾਪਤ ਹੋ ਗਿਆ, ਮੁਕਤੀ ਪ੍ਰਾਪਤ ਹੋ ਗਈ, ਬੰਧਨ ਕੱਟੇ ਗਏ, ਸ਼ਾਂਤੀ ਪ੍ਰਾਪਤ ਹੋ ਗਈ, ਵਿਕਾਰਾਂ ਦੀ ਨਿਵਰਤੀ ਹੋ ਗਈ, ਸੰਸਾਰਿਕ ਸੁੱਖ ਵੀ ਪ੍ਰਾਪਤ ਹੋ ਗਿਆ, ਪਰਲੋਕ ਦੇ ਦੁੱਖ ਵੀ ਦੂਰ ਹੋ ਗਏ, ਪਰਲੋਕ ਦਾ ਸੁੱਖ ਵੀ ਪ੍ਰਾਪਤ ਹੋ ਗਿਆ, ਸਭੇ ਹੀ ਸੁੱਖ, ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਸੁਹੇਲੜਾ ਸੁੱਤਾ, ऐसा फिर जीव, ऐसा गुरु का प्यारा, वो सुहेलड़ा सुखी हो करके सुता है। क्योंकि नींद सुख दी उदों आउंदी है जदों कोई चिंता नहीं, कोई झोरा नहीं, कोई सोग नहीं है। जिस वेले सब प्रकार दीयां चिंतावां, सब प्रकार दे फिक्र, सब प्रकार दे दुख गुरु साहिब जी ने दूर कर दिते, फिर शांति दे विच सुता है। एक नींद ये है रात वाली, एक शांति नूं नींद आख्या, शांति रूपी नींद प्राप्त हुई है। वो शांति रूपी नींद दे विच ब्रह्म ज्ञान नूं प्राप्त करके गुरु का प्यारा सुख दे सहित वाहिगुरू विच अभेद हो करके उसने सौना कीता है।
ਤੇ ਸਬਾਇਆ ਸਾਰੇ ਜੱਗ ਨੂੰ ਹੀ ਉਸਨੇ ਜਿੱਤ ਲਿਆ। ਸਾਰੇ ਜੱਗ ਨੂੰ ਜਿੱਤਣ ਤੋਂ ਭਾਵ ਹੈ ਉਹਨੇ ਆਪਣੇ ਮਨ ਨੂੰ ਜਿੱਤਿਆ, ਆਪਣੇ ਇੰਦਰੀਆਂ ਨੂੰ ਜਿੱਤਿਆ, ਆਪਣੇ ਆਪ ਨੂੰ ਜਿੱਤਿਆ। ਆਪਣੇ ਮਨ ਨੂੰ ਜਿੱਤਣਾ ਹੀ ਜੱਗ ਨੂੰ ਜਿੱਤਣਾ। ਉਂਝ ਜੱਗ ਤਾਂ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ। ਸਾਰਾ ਜੱਗ ਨਹੀਂ ਕਿਸੇ ਤੋਂ ਜਿੱਤਿਆ ਜਾਂਦਾ। ਇਹ ਤਾਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਲਈਏ, ਸਾਰੇ ਜੱਗ ਨੇ ਤਾਂ ਗੁਰੂ ਸਾਹਿਬਾਂ ਨੂੰ ਵੀ ਚੰਗਾ ਨਹੀਂ ਆਖਿਆ, ਕਿਉਂਕਿ ਜਿੰਨੀ ਕਿਸੇ ਦੀ ਸਮਝ ਸੀ ਉਹਨੇ ਉਸ ਤਰੀਕੇ ਦੇ ਨਾਲ ਹੀ ਗੁਰੂ ਸਾਹਿਬਾਂ ਦੇ ਸਾਹਮਣੇ ਪੇਸ਼ ਆਉਣਾ ਕੀਤਾ। ਕਈਆਂ ਨੇ ਨਮਸਕਾਰਾਂ ਕੀਤੀਆਂ, ਕਈਆਂ ਨੇ ਪ੍ਰਕਰਮਾਂ ਕੀਤੀਆਂ, ਕਈਆਂ ਨੇ ਆਪਣਾ ਤਨ ਮਨ ਧਨ ਮਹਾਰਾਜ ਤੋਂ ਕੁਰਬਾਨ ਕਰ ਦਿੱਤਾ ਜਿਨ੍ਹਾਂ ਨੂੰ ਸਮਝ ਆ ਗਈ, ਤੇ ਕਈਆਂ ਨੇ ਵੱਟੇ ਵੀ ਮਾਰੇ। ਕਈਆਂ ਨੇ ਭੂਤਨਾ ਆਖਿਆ, ਕਈਆਂ ਨੇ ਬਤਾਲਾ ਆਖਿਆ, ਕਈਆਂ ਨੇ ਆਦਮੀ ਆਖਿਆ, ਕਈਆਂ ਨੇ ਵਿਚਾਰਾ ਆਖਿਆ। ਸੋਚ ਸੀ ਜੱਗ ਦੀ, ਜਿਸ ਤਰ੍ਹਾਂ ਦਾ ਕਿਸੇ ਦੀ ਸੋਚ ਉਸ ਤਰ੍ਹਾਂ ਬੋਲੀ ਜਾਂਦਾ, ਜਿੰਨੀ ਕਿਸੇ ਨੂੰ ਅਕਲ ਹੈ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਕਈਆਂ ਨੇ ਨਿੰਦਿਆ ਕੀਤੀ ਗੁਰੂ ਸਾਹਿਬ ਦੀ। ਰਾਏ ਭੋਏ ਦੀ ਤਲਵੰਡੀ ਰਹਿੰਦਿਆਂ ਵੀ ਬਚਪਨ ਦੇ 15 ਸਾਲ ਜਗਤ ਗੁਰੂ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ, ਤੇ ਉੱਥੇ ਵੀ ਕਈਆਂ ਨੇ ਨਿੰਦਿਆ ਕੀਤੀ ਮਹਾਰਾਜ ਸਾਹਿਬ ਦੀ। ਕਈਆਂ ਨੇ ਆਖਿਆ ਮੈਂ ਤੇ ਕਲਿਆਣ ਚੰਦ ਦੇ ਪੁੱਤਰ ਨੂੰ ਕੋਈ ਮਤ ਬੁੱਧ ਨਹੀਂ ਹੈ। ਇੱਥੋਂ ਤੀਕ ਕਹਿ ਦਿੱਤਾ ਮਤ ਬੁੱਧ ਨਹੀਂ ਹੈ। ਕਹਿੰਦੇ ਤਾਂ ਹੀ ਤੇ ਕੋਈ ਘਰ ਦਾ ਕੰਮਕਾਰ ਨਹੀਂ ਕਰਦਾ। ਕਹਿੰਦੇ ਸੰਸਾਰੀ ਕੰਮ ਕਰਨ ਵਾਸਤੇ ਸਿਆਣਪ ਚਾਹੀਦੀ ਹੈ, ਅਕਲ ਚਾਹੀਦੀ ਹੈ। ਇਸ ਕਰਕੇ ਮਹਿਤਾ ਜੀ ਦੇ ਪੁੱਤਰ ਨੂੰ ਸਿਆਣਪ ਨਹੀਂ। ਇੱਥੋਂ ਤੀਕ ਨਿੰਦਕ ਲੋਕਾਂ ਨੇ, ਅਣਜਾਣ ਲੋਕਾਂ ਨੇ ਅਣਜਾਣਪੁਣੇ ਵਿੱਚ ਨਿੰਦਿਆ ਕੀਤੀ, ਕਿਉਂਕਿ ਅਣਜਾਣਪੁਣੇ ਵਿੱਚ ਹੁੰਦੀ ਨਿੰਦਿਆ। ਜਦੋਂ ਕਿਸੇ ਨੂੰ ਕੋਈ ਸਮਝ ਪੈ ਜਾਂਦੀ ਹੈ, ਸਿਆਣਪ ਆ ਜਾਂਦੀ ਹੈ, ਅਕਲ ਆ ਜਾਂਦੀ ਹੈ, ਜਦੋਂ ਉਹ ਚੰਗੀ ਤਰ੍ਹਾਂ ਜਾਣ ਲੈਂਦਾ ਫਿਰ ਨਹੀਂ ਨਿੰਦਿਆ ਕਰਦਾ। ਜਦੋਂ ਅਣਜਾਣ ਹੁੰਦਾ ਹੈ ਉਸ ਮੌਕੇ ਤੇ ਨਿੰਦਿਆ ਗੁਰੂ ਸਾਹਿਬਾਂ ਦੀ ਵੀ ਕਰ ਦਿੰਦਾ ਹੈ ਜੀ। ਅਣਜਾਣਪੁਣੇ 'ਚ ਕਰਦਾ, ਬੇਸਮਝੀ ਵਿੱਚ ਕਰਦਾ, ਅਗਿਆਨਤਾ ਵਿੱਚ ਕਰਦਾ। ਤੇ ਸਾਰੇ ਗੁਰੂ ਸਾਹਿਬਾਂ ਦੀ ਨਿੰਦਿਆ ਅਣਜਾਣ ਲੋਕਾਂ ਨੇ ਕੀਤੀ, ਅਗਿਆਨੀ ਲੋਕਾਂ ਨੇ ਕੀਤੀ। ਜਿਹੜੇ ਸਮਝ ਵਾਲੇ ਸੀ ਉਹਨਾਂ ਨੇ ਗੁਰੂ ਸਾਹਿਬਾਂ ਦੀ ਉਸਤਤੀ ਕੀਤੀ, ਉਹਨਾਂ ਨੇ ਗੁਰੂ ਸਾਹਿਬ ਤੋਂ ਆਪਾ ਕੁਰਬਾਨ ਕਰ ਦਿੱਤਾ, ਉਹਨਾਂ ਨੇ ਆਪਾ ਨਿਸ਼ਾਵਰ ਕਰ ਦਿੱਤਾ, ਉਹਨਾਂ ਨੇ ਤਨ ਮਨ ਧਨ ਸੌਂਪ ਦਿੱਤਾ ਗੁਰੂ ਸਾਹਿਬ ਜੀ। ਪਰ ਜਿਹੜੇ ਅਗਿਆਨਤਾ ਵਿੱਚ ਸੀ, ਅਣਜਾਣ ਸੀ, ਉਹਨਾਂ ਨੇ ਨਿੰਦਿਆ ਕੀਤੀ, ਉਹਨਾਂ ਨੇ ਚੁਗਲੀਆਂ ਵੀ ਕੀਤੀਆਂ ਮਹਾਰਾਜ ਦੀਆਂ। ਇੱਥੇ ਜਦੋਂ ਆ ਗਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ, ਹੁਣ ਸ਼ਾਮ ਦਾ ਇਤਿਹਾਸ ਹੀ ਉਹ ਚੱਲ ਰਿਹਾ, ਮੋਦੀ ਖਾਨੇ ਦੀ ਕਾਰ ਵਾਲਾ ਇਤਿਹਾਸ। ਜਦੋਂ ਮੋਦੀ ਖਾਨੇ ਦੀ ਆਪ ਜੀ ਕਾਰ ਕਰ ਰਹੇ ਹਨ, ਮੋਦੀ ਖਾਨੇ ਦੀ ਨੌਕਰੀ ਕਰ ਰਹੇ ਹਨ, ਜੀਵਾਂ ਦੀਆਂ ਝੋਲੀਆਂ ਭਰ ਰਹੇ, ਤੇ ਤੇਰਾ ਤੇਰਾ ਕਹਿ ਕਰਕੇ ਸਭ ਨੂੰ ਮਹਾਰਾਜ ਸੌਦਾ ਦੇਈ ਜਾਂਦੇ। ਤੇ ਉਸ ਵੇਲੇ ਵੀ ਕਈਆਂ ਨੇ ਨਿੰਦਿਆ ਕੀਤੀ। ਕਹਿੰਦੇ ਜਦੋਂ ਘਾਟਾ ਪੈ ਗਿਆ ਪਤਾ ਫਿਰ ਲੱਗੂਗਾ, ਅਣਜਾਣ ਹੈ, ਬੇਸਮਝ ਹਨ। ਕਈਆਂ ਨੇ ਜਾ ਕਰਕੇ ਚੁਗਲੀ ਵੀ ਕੀਤੀ ਮਹਾਰਾਜ ਦੀ। ਬੇਬੇ ਨਾਨਕੀ ਜੀ ਦੇ ਕੋਲੇ, ਭਾਈਆ ਜੈ ਰਾਮ ਜੀ ਦੇ ਕੋਲੇ, ਦੌਲਤ ਖਾਨ ਲੋਧੀ ਦੇ ਕੋਲੇ ਬੇਬੇ ਨਾਨਕੀ ਜੀ ਨੂੰ ਜਾ ਕੇ ਆਖਿਆ ਕਿ ਤੁਹਾਡਾ ਵੀਰ ਮੋਦੀ ਖਾਨੇ 'ਚ ਬੈਠਾ ਉਂਝ ਹੀ ਦੇਈ ਜਾਂਦਾ ਸੌਦਾ ਸਾਰਿਆਂ। ਜਦੋਂ ਲੇਖਾ ਜੋਖਾ ਹੋਇਆ, ਹਿਸਾਬ ਕਿਤਾਬ ਹੋਇਆ, ਘਾਟਾ ਪੈ ਜਾਣਾ, ਉਹਨੇ ਚਲੇ ਜਾਣਾ, ਤੁਸੀਂ ਫੜੇ ਜਾਣਾ। ਉਹ ਤਾਂ ਫਕੀਰ ਵਾ ਬੰਦਾ, ਉਹ ਤਾਂ ਸਾਧੂ ਹੈ। ਇਹ ਲੋਕਾਂ ਦੀ ਸ਼ਬਦਾਵਲੀ ਸੀ। ਉਹਨਾਂ ਆਖਿਆ ਉਹ ਫਕੀਰ ਹੈ, ਉਹ ਤਾਂ ਸਾਧੂ ਹੈ, ਉਹ ਤਾਂ ਤਿਆਗ ਬਿਰਤੀ ਵਾਲਾ ਹੈ, ਉਹ ਕਿਸੇ ਪਾਸੇ ਤੁਰਦਾ ਬਣੇਗਾ, ਤੁਹਾਨੂੰ ਜੇਲ੍ਹ 'ਚ ਪਾ ਦੇਣਾ ਉਹਨਾਂ ਨੇ ਫੜ ਕੇ ਜਦੋਂ ਘਾਟਾ ਪੈ ਗਿਆ। ਪਰ ਜਿੰਨੀ ਵਾਰੀ ਲੇਖਾ ਹੋਇਆ ਤੇ ਵਾਧਾ ਨਿਕਲਦਾ ਰਿਹਾ, ਲੋਕਾਂ ਦੇ ਮੂੰਹ ਬੰਦ ਹੁੰਦੇ ਰਹੇ। ਪਰ ਚੁਗਲੀ ਕਰਨ ਵਾਲੇ ਤਾਂ ਚੁਗਲੀ ਬਾਬਾ ਜੀ ਦੀ ਵੀ ਕਰਦੇ ਰਹੇ। ਉਂਝ ਕਈ ਵਾਰੀ ਸੰਸਾਰੀ, ਆਪਾਂ ਸੰਸਾਰੀ ਆ, ਆਪਾਂ ਕਹਿੰਦੇ ਆ ਵੀ ਸਾਡੀ ਵੇਖੋ ਆ ਨਿੰਦਿਆ ਹੋ ਗਈ, ਸਾਡੀ ਚੁਗਲੀ ਹੋ ਗਈ। ਪਰ ਜੇ ਇਤਿਹਾਸ ਪੜ੍ਹੀਏ ਤਾਂ ਗੁਰੂ ਸਾਹਿਬਾਂ ਦੀ ਨਿੰਦਿਆ ਵੀ ਕੀਤੀ ਸੰਸਾਰ ਨੇ। ਇਹ ਤਾਂ ਗੁਰੂ ਸਾਹਿਬਾਂ ਦੀ ਵੀ ਚੁਗਲੀ ਕਰਦਾ ਰਿਹਾ ਸੰਸਾਰ। ਪਰ ਨਿੰਦਕ ਤੇ ਚੁਗਲ ਭੁੱਖੇ ਰੁਲ ਰੁਲ ਮਰਦੇ ਆ, ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਆਉਂਦਾ। ਸੱਚ ਸੱਚ ਹੀ ਰਹਿੰਦਾ।
ਬਾਣੀ ਦਾ ਬਚਨ ਹੈ ਕਿ ਚੁਗਲ ਨਿੰਦਕ ਭੁੱਖੇ ਰੋਲ ਮੋਏ, ਇਹਨਾਂ ਹੱਥ ਨਾ ਕਿਥਾਊ ਪਾਏ। ਚੁਗਲੀ ਕਰਨ ਵਾਲਾ ਜਿੰਨੀਆਂ ਮਰਜ਼ੀ ਚੁਗਲੀਆਂ ਕਰ ਲੈ, ਨਿੰਦਿਆ ਕਰਨ ਵਾਲਾ ਜਿੰਨੀ ਮਰਜ਼ੀ ਨਿੰਦਿਆ ਕਰ ਲੈ, ਅਖੀਰ ਨੂੰ ਕਾਲਾ ਮੂੰਹ ਤੇ ਨਿੰਦਿਆ ਕਰਨ ਵਾਲੇ ਦਾ ਹੀ ਹੁੰਦਾ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰੰਨ, ਮੋਹ ਕਾਲੇ ਤਿਨ ਨਿੰਦਕਾ, ਨਰਕੇ ਘੋਰ ਪਵਨ। ਪਰ ਗੁਰੂ ਸਾਹਿਬਾਂ ਨੂੰ ਵੀ ਮਾੜਾ ਆਖਿਆ ਸੰਸਾਰ ਨੇ। ਕਿੰਨਾ ਨੇ ਆਖਿਆ? ਜਿਨ੍ਹਾਂ ਨੂੰ ਸਮਝ ਨਹੀਂ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਖਡੂਰ ਸਾਹਿਬ ਦੇ ਵਿੱਚ, ਤੁਸੀਂ ਨਗਰ ਛੱਡ ਕੇ ਜਾਓ। ਸਾਡੇ ਤਪੇ ਗੁਰੂ ਨੇ ਆਖਿਆ ਤੇ ਮਹਾਰਾਜ ਨੇ ਵੇਖੋ ਨਗਰ ਹੀ ਛੱਡ ਦਿੱਤਾ। ਜਿੱਥੇ ਛਾਪੜੀ ਸਾਹਿਬ ਸਥਾਨ ਬਣਿਆ ਇੱਧਰ ਆ ਗਏ ਸਨ। ਬਾਅਦ ਵਿੱਚ ਮਹਾਰਾਜ ਦੇ ਸੇਵਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੀਂਹ ਪਵਾ ਦਿੱਤਾ ਸੀ। ਉਹ ਤਪੇ ਨੂੰ ਕੀਤੀ ਦਾ ਫਲ ਵੀ ਭੁਗਤਾ ਦਿੱਤਾ ਸੀ। ਤੇ ਤੀਜੇ ਪਾਤਸ਼ਾਹ ਦੀ ਵੀ ਲੋਕ ਨਿੰਦਿਆ ਕਰਦੇ ਰਹੇ। ਕਹਿੰਦੇ ਕੁੜਮਾਂ ਦੇ ਕੋਲੇ ਰਹਿੰਦਾ ਹੈ, ਕੁੜਮਾਂ ਦੇ ਟੁੱਕਰ ਖਾਂਦਾ ਹੈ, ਸਾਰੀ ਰਾਤ ਗਾਗਰ ਢੋਂਦਾ ਰਹਿੰਦਾ ਹੈ, ਇਹ ਤਾਂ ਨਿਖਾਵਾਂ ਹੈ, ਇਹ ਤਾਂ ਨਿਮਾਣਾ ਹੈ। ਲੋਕਾਂ ਨੇ ਤਾਨੇ ਮਿਹਣੇ ਦਿੱਤੇ ਸੀ ਤੇ ਦੂਜੇ ਪਾਤਸ਼ਾਹ ਨੇ ਜਦੋਂ ਗੁਰਿਆਈ ਦਿੱਤੀ ਤੇ ਉਹੀ ਵਰਦਾਨ ਬਣਾ ਦਿੱਤੇ। ਮਹਾਰਾਜ ਨੇ ਆਖਿਆ ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਣ, ਗੁਰੂ ਅਮਰਦਾਸ ਸਾਹਿਬ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ, ਪੁਰਖਾ ਜੀ ਤੁਸੀਂ ਧੰਨ ਹੋ। ਝੜੀ ਲਾ ਦਿੱਤੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਕਹਿਣ ਤੋਂ ਭਾਵ ਇਹ ਵੀ ਸੰਸਾਰ ਦੀ ਹਾਲਤ ਐਸੀ ਹੈ, ਸੰਸਾਰ ਜਿਹੜਾ ਹੈ ਇਹ ਜਿੱਤਣਾ ਸੌਖਾ ਨਹੀਂ ਹੈ। ਸੰਸਾਰ ਨੂੰ ਜਿੱਤਣਾ ਕੀ ਹੈ? ਗੁਰੂ ਸਾਹਿਬ ਨੇ ਆਖਿਆ ਆਪਣੇ ਮਨ ਨੂੰ ਜਿੱਤਣਾ। ਸੰਸਾਰ ਭਾਵੇਂ ਉਸਤਤੀ ਕਰੀ ਜਾਵੇ, ਭਾਵੇਂ ਨਿੰਦਿਆ ਕਰੀ ਜਾਵੇ, ਭਾਵੇਂ ਚੁਗਲੀ ਕਰੀ ਜਾਵੇ, ਆਪਣੇ ਆਪ ਨੂੰ ਜਿੱਤਣਾ ਹੈ, ਆਪਣੇ ਮਨ ਨੂੰ ਮਾਰਨਾ ਹੈ ਤੇ ਪ੍ਰਭੂ ਦੇ ਭਗਤੀ ਮਾਰਗ ਤੇ ਚੱਲਦੇ ਰਹਿਣਾ। ਸੰਸਾਰ ਜੋ ਮਰਜ਼ੀ ਕਰੀ ਜਾਵੇ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ ਹੈ। ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਉਂਝ ਇਹ ਸੰਸਾਰ ਨਹੀਂ ਸਾਰਾ ਜਿੱਤਿਆ ਜਾਂਦਾ। ਕੋਈ ਗੁਰੂ ਸਾਹਿਬ ਵੇਖੋ, ਕੋਈ ਭਗਤ ਵੇਖੋ, ਕੋਈ ਸੰਤ ਵੇਖੋ, ਕਿੰਨੋਂ ਸੰਸਾਰ ਨੇ ਮਾੜਾ ਨਹੀਂ ਆਖਿਆ। ਜੇ 4 ਜਾਣੇ ਉਸਤਤੀ ਕਰਨ ਵਾਲੇ ਆ ਤੇ 5 ਜਾਣੇ ਨਿੰਦਿਆ ਕਰਨ ਵਾਲੇ ਵੀ ਖਲੋਤੇ ਇੱਕ ਪਾਸੇ। ਕੀ ਭਗਤ ਕਬੀਰ ਸਾਹਿਬ ਦੀ ਨਿੰਦਿਆ ਨਹੀਂ ਕਿਸੇ ਨੇ ਕੀਤੀ, ਜਾਂ ਨਾਮਦੇਵ ਸਾਹਿਬ ਜੀ ਦੀ ਨਹੀਂ ਕੀਤੀ, ਜਾਂ ਰਵਿਦਾਸ ਸਾਹਿਬ ਜੀ ਦੀ ਨਹੀਂ ਕੀਤੀ, ਜਾਂ ਭਗਤ ਸੈਣ ਜੀ ਦੀ ਨਹੀਂ ਕੀਤੀ, ਜਾਂ ਭਗਤ ਧੰਨਾ ਜੀ ਦੀ ਨਹੀਂ ਕੀਤੀ। ਜੇ 4 ਉਸਤਤੀ ਕਰਨ ਵਾਲੇ ਆ ਤੇ ਉਨੇ ਹੀ ਬਰਾਬਰ ਨਿੰਦਿਆ ਕਰਨ ਵਾਲੇ ਵੀ ਹਨ। ਬਾਣੀ ਵਿੱਚ ਸਤਿਗੁਰੂ ਜੀ ਨੇ ਸਾਰਾ ਖੁਲਾਸਾ ਕੀਤਾ। ਪਰ ਮਹਾਰਾਜ ਕਹਿੰਦੇ ਭਾਈ ਨਿੰਦਿਆ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ ਆ ਤੇ ਰੱਬ ਦੀ ਬੰਦਗੀ ਕਰਨ ਵਾਲੇ, ਸੇਵਾ ਸਿਮਰਨ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ। ਜਿਵੇਂ ਮਹਾਰਾਜ ਦਾ ਬਚਨ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੇ, ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਭਾਉ ਭਗਤੀ ਕਰਨ ਵਾਲਾ, ਨੇਕੀ ਕਰਨ ਵਾਲਾ, ਪਰਉਪਕਾਰ ਕਰਨ ਵਾਲਾ ਜਿਹੜਾ ਗੁਣ ਉਹ ਨਹੀਂ ਗਵਾਉਂਦਾ ਹੈ, ਭਾਵੇਂ ਕਿੰਨੇ ਵੀ ਲੋਕ ਨਿੰਦਿਆ ਕਰੀ ਜਾਣ। ਇੱਥੇ ਮਹਾਰਾਜ ਫਰਮਾਉਂਦੇ ਆ ਵੀ ਜਿਨ੍ਹਾਂ ਤੇ ਗੁਰੂ ਸੱਜਣ ਨੇ ਕਿਰਪਾ ਕੀਤੀ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋਏ। ਉਹ ਗੁਰਮੁਖੋ ਜੀਵ ਸੁਖ ਦੇ ਸਹਿਤ ਸ਼ਾਂਤੀ ਰੂਪੀ ਨੀਂਦ ਵਿੱਚ ਸੁੱਤਾ ਹੈ। ਜਿੱਤਾ ਜੱਗ ਸਬਾਇਆ, ਉਸ ਨੇ ਜਾਣੋ ਸਬਾਇਆ ਸਾਰਾ ਜੱਗ ਹੀ ਜਿੱਤ ਲਿਆ ਹੈ। ਭਾਵ ਆਪਣੇ ਮਨ ਨੂੰ ਜਿੱਤ ਲਿਆ, ਆਪਣੀ ਇੰਦਰੀਆਂ ਨੂੰ ਜਿੱਤ ਲਿਆ, ਵਿਕਾਰਾਂ ਨੂੰ ਜਿੱਤ ਲਿਆ। ਇਹੋ ਜਾਣੋ ਨੇ ਵੀ ਜੱਗ ਦੇ ਵਿੱਚੋਂ ਆਪਣੇ ਆਪ ਨੂੰ ਜਿੱਤ ਲਿਆ। ਇਹੀ ਸਾਰੇ ਜੱਗ ਨੂੰ ਉਹਨੇ ਜਿੱਤਣਾ ਕੀਤਾ ਹੈ। ਪੌੜੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਹੋਰ ਬਖਸ਼ਿਸ਼ ਕਰਦੇ ਹਨ। ਵੱਡਾ ਤੇਰਾ ਦਰਬਾਰ, हे ਪ੍ਰਭੂ ਤੇਰਾ ਦਰਬਾਰ ਵੱਡਾ ਹੈ, ਸੱਚਾ ਤੁਧ ਤਖਤ, ਤੇ ਸੱਚਾ ਹੈ ਤੇਰਾ ਤਖਤ। ਤੁਧ ਆਪ ਜੀ ਦਾ ਜੋ ਤਖਤ ਹੈ ਇਹ ਵੀ ਸੱਚਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵੱਡਾ ਤੇਰਾ ਦਰਬਾਰ। हे ਪ੍ਰਭੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਡਾ ਹੈ ਤੇਰਾ ਦਰਬਾਰ। ਕਿਉਂਕਿ ਦਰਬਾਰ ਸਾਹਿਬ ਦੀ ਰਚਨਾ ਮਹਾਰਾਜ ਸਾਹਿਬ ਜੀ ਨੇ ਪਹਿਲੋਂ ਕਰਵਾਈ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੰਪਾਦਨਾ ਬਾਅਦ ਵਿੱਚ ਕਰਵਾਈ। ਦਰਬਾਰ ਸਾਹਿਬ ਦੀ ਰਚਨਾ ਹੈ ਮੁਕੰਮਲ ਹੋ ਚੁੱਕੀ ਸੀ ਉਸ ਮੌਕੇ ਤੇ। ਸਤਿਗੁਰੂ ਗਰੀਬ ਨਵਾਜ ਪੰਚਮ ਪਾਤਸ਼ਾਹੀ ਨੇ ਦਰਬਾਰ ਸਾਹਿਬ ਦੀ ਰਚਨਾ ਪਹਿਲੋਂ ਕਰਵਾ ਕੇ ਤੇ ਫਿਰ ਸਾਧ ਸੰਗਤ ਜੀ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਤੇ ਸਾਰੀ ਬਾਣੀ ਲਿਖਵਾਈ ਸੀ।
ਤੇ 1661 ਵਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ ਸੀ। ਪਹਿਲੇ ਪ੍ਰਕਾਸ਼ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੀ ਇਹ ਜਿਹੜੀ ਰਚਨਾ ਸੀ ਉਹ ਮੁਕੰਮਲ ਹੋ ਚੁੱਕੀ ਸੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਦਰਬਾਰ ਸਾਹਿਬ ਵੱਡਾ ਹੈ ਤੇਰਾ ਦਰਬਾਰ, ਸੱਚਾ ਤੁਧ ਤਖਤ। ਔਰ ਪ੍ਰਭੂ ਤੇਰਾ ਸਤ ਸੰਗਤ ਰੂਪੀ ਜੋ ਤਖਤ ਹੈ, ਇਹ ਸਾਧ ਸੰਗਤ ਰੂਪੀ ਤਖਤ ਹੈ, ਇਹ ਵੀ ਤੇਰਾ ਤਖਤ ਸੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਖੰਡ ਰੂਪੀ ਜੋ ਤੇਰਾ ਦਰਬਾਰ ਹੈ, ਇਹ ਵੱਡਾ ਦਰਬਾਰ ਹੈ ਤੇਰਾ, ਸੱਚਾ ਤੁਧ ਤਖਤ। ਔਰ ਜੋ ਹਿਰਦੇ ਦੇ ਵਿੱਚ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਆਪ ਜੀ ਨੇ ਵਾਸਾ ਕੀਤਾ, ਇਹ ਵੀ ਆਪ ਜੀ ਦਾ ਤਖਤ ਹੈ। ਸਤ ਸੰਗਤ ਰੂਪੀ ਵੀ ਆਪ ਜੀ ਦਾ ਤਖਤ ਹੈ, ਇਹ ਤਖਤ ਵੀ ਆਪ ਜੀ ਦਾ ਸੱਚਾ ਹੈ। ਸਿਰ ਸਾਹਿਬ ਪਾਤਸ਼ਾਹ ਜਿੰਨੇ ਵੀ ਸ਼ਾਹੂਕਾਰ ਤੇ ਪਾਤਸ਼ਾਹ ਹਨ, ਉਹਨਾਂ ਸਾਰਿਆਂ ਤੋਂ ਸਿਰ ਸ਼੍ਰੋਮਣੀ ਆਪ ਪਾਤਸ਼ਾਹ ਹੋ। ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਤੋਂ ਵੱਡੇ ਆਪ ਪਾਤਸ਼ਾਹ ਹੋ। ਨਿਹਚਲ ਚੌਰ ਛਤਰ ਇਹ ਪ੍ਰਭੂ ਜੀ ਆਪ ਜੀ ਦਾ ਚੌਰ ਤੇ ਆਪ ਜੀ ਦਾ ਛਤਰ ਨਿਹਚਲ ਹੈ, ਅਚਲ ਹੈ, ਸਦਾ ਵਾਸਤੇ ਰਹਿਣ ਵਾਲਾ ਆਪ ਜੀ ਦਾ ਚੌਰ ਔਰ ਆਪ ਜੀ ਦਾ ਛਤਰ ਹੈ। ਪਰਮੇਸ਼ਰ ਦਾ ਰਾਜ ਸਦਾ ਵਾਸਤੇ ਕਾਇਮ ਹੈ, ਜੋ ਕਦੇ ਵੀ ਬਦਲਦਾ ਨਹੀਂ। ਕਾਇਮ ਦਾਇਮ ਸਦਾ ਪਾਤਸ਼ਾਹੀ, ਵਾਹਿਗੁਰੂ ਦੀ ਪਾਤਸ਼ਾਹੀ ਸਦਾ ਹੀ ਕਾਇਮ ਰਹਿਣ ਵਾਲੀ। ਬਾਕੀ ਸਾਰੇ ਰਾਜ ਬਦਲਦੇ ਰਹਿੰਦੇ, ਪਰ ਪਰਮੇਸ਼ਰ ਦਾ ਰਾਜ ਕਦੀ ਤਬਦੀਲ ਨਹੀਂ ਹੁੰਦਾ। ਕਿਉਂ ਨਹੀਂ ਬਦਲਦਾ ਭਲਾ? ਕਿਉਂਕਿ ਉਹਦੇ ਤੋਂ ਵੱਡਾ ਕੋਈ ਨਹੀਂ ਹੈ। ਪਰਮੇਸ਼ਰ ਤੋਂ ਕੋਈ ਵੱਡਾ ਹੋਵੇ ਤੇ ਉਹਦੇ ਰਾਜ ਨੂੰ ਕੋਈ ਖੋਹ ਸਕੇ, ਉਹਦੇ ਰਾਜ ਨੂੰ ਕੋਈ ਬਦਲ ਸਕੇ, ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ। ਉਹਦਾ ਰਾਜ ਭਾਗ ਸਦਾ ਕਾਇਮ ਰਹਿਣ ਵਾਲਾ। ਫਿਰ ਉਹਦਾ ਰਾਜ ਭਾਗ ਇਸ ਕਰਕੇ ਨਹੀਂ ਬਦਲਦਾ ਕਿਉਂਕਿ ਉਹਨੂੰ ਰਾਜ ਭਾਗ ਕਿਸੇ ਦੂਜੇ ਨੇ ਨਹੀਂ ਦਿੱਤਾ। ਜਿਸ ਨੂੰ ਕੋਈ ਦੂਜਾ ਰਾਜ ਭਾਗ ਦਿੰਦਾ ਵਾ ਤੇ ਉਹਦਾ ਫਿਰ ਕੋਈ ਦੂਜਾ ਰਾਜ ਭਾਗ ਲੈ ਵੀ ਲੈਂਦਾ। ਪਰਮਾਤਮਾ ਨੂੰ ਕਿਸੇ ਨੇ ਰਾਜ ਭਾਗ ਦਿੱਤਾ ਨਹੀਂ, ਉਹਨੂੰ ਰਾਜ ਗੱਦੀ ਤੇ ਕਿਸੇ ਨੇ ਬਿਠਾਇਆ ਨਹੀਂ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਇਸ ਕਰਕੇ ਉਹਦਾ ਰਾਜ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਆਖਿਆ ਹੈ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਦੁਨੀਆ ਦੇ ਰਾਜ ਇਹ ਦੂਜੇ ਨੇ ਦਿੱਤੇ ਤੇ ਦੂਜੇ ਨੇ ਲੈ ਵੀ ਲਏ, ਪਰ ਪਰਮਾਤਮਾ ਦਾ ਜਿਹੜਾ ਰਾਜ ਭਾਗ ਹੈ ਉਹ ਹੈ ਵੀ ਸਭ ਤੋਂ ਵੱਡਾ, ਹੈ ਵੀ ਸੱਚਾ ਤੇ ਹੈ ਵੀ ਸਾਰੇ ਥਾਵਾਂ ਤੇ। ਦੁਨੀਆ ਦੇ ਰਾਜੇ ਤਾਂ ਕਿਸੇ ਸੀਮਾ ਦੇ ਵਿੱਚ ਆ ਨਾ, ਕਹਿੰਦੇ ਇਸ ਦੇਸ਼ ਦੀ ਆ ਸੀਮਾ ਆ ਗਈ, ਹੱਦ ਆ ਗਈ, ਇਹਦੇ ਤੋਂ ਅੱਗੇ ਕਹਿੰਦੇ ਦੂਜਾ ਰਾਜ ਸ਼ੁਰੂ ਹੋ ਗਿਆ, ਇੱਥੋਂ ਤੀਕ ਇਸ ਰਾਜੇ ਦਾ ਰਾਜ ਹੈ। ਪਰ ਪਰਮਾਤਮਾ ਰਾਜੇ ਦਾ ਕਿੱਥੋਂ ਤੀਕ ਰਾਜ ਹੈ? ਉਹਦਾ ਸਾਰੇ ਦੇਸ਼ਾਂ ਵਿੱਚ ਰਾਜ ਹੈ, ਸਾਰੀਆਂ ਥਾਵਾਂ ਤੇ ਰਾਜ ਹੈ। ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਰਾਜੈ, ਕਿ ਸਰਬੱਤਰ ਸਾਜੈ। ਸਾਰੀਆਂ ਥਾਵਾਂ ਤੇ ਪ੍ਰਭੂ ਦਾ ਰਾਜ ਹੈ ਤੇ ਉਹਨੂੰ ਰਾਜ ਕਿਸੇ ਦੂਜੇ ਨੇ ਨਹੀਂ ਦਿੱਤਾ। ਉਹਨੇ ਤਾਂ ਬਾਕੀ ਸਾਰਿਆਂ ਨੂੰ ਰਾਜ ਦਿੱਤੇ ਆ। ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ, ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹ ਪ੍ਰਭੂ, ਸਾਰਿਆਂ ਨੂੰ ਰਾਜ ਭਾਗ ਦੇਣ ਵਾਲਾ ਉਹ। ਕਿਸੇ ਨੂੰ ਰਾਜਾ ਬਣਾ ਦਿੰਦਾ, ਕਿਸੇ ਨੂੰ ਮੰਗਤਾ ਬਣਾ ਦਿੰਦਾ, ਕਿਸੇ ਨੂੰ ਭਿਖਾਰੀ ਬਣਾ ਦਿੰਦਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਪਰ ਆਪ ਉਹ ਸਹਿ ਭੰਗ ਹੈ, ਆਪ ਉਹ ਆਪਣੇ ਆਪ ਹੈ। ਜਪਜੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਆ ਥਾਪਿਆ ਨਾ ਜਾਏ ਕੀਤਾ ਨਾ ਹੋਏ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਆਪੇ ਆਪ ਨਿਰੰਜਨ ਸੋਏ, ਆਪੇ ਆਪ ਨਿਰੰਜਨ ਸੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਨਾ ਕਿਸੇ ਨੇ ਥਾਪਿਆ ਹੈ ਤੇ ਨਾ ਉਸ ਨੂੰ ਕਿਸੇ ਨੇ ਪੈਦਾ ਕੀਤਾ ਹੈ। ਉਹ ਕਿਸੇ ਦਾ ਥਾਪਿਆ ਹੋਇਆ ਵੀ ਨਹੀਂ ਹੈ। ਜਿਵੇਂ ਪਿਤਾ ਦੇ ਥਾਂ ਤੇ ਪੁੱਤਰ ਨੂੰ ਥਾਪ ਦਿੱਤਾ ਜਾਂਦਾ ਹੈ, ਜਿਵੇਂ ਇੱਕ ਰਾਜੇ ਦੀ ਥਾਂ ਤੇ ਦੂਜੇ ਰਾਜੇ ਨੂੰ ਥਾਪ ਦਿੱਤਾ ਜਾਂਦਾ ਹੈ।
ਜਾਂ ਕੋਈ ਕਿਸੇ ਦਾ ਪੈਦਾ ਕੀਤਾ ਹੋਇਆ, ਪਰ ਮਹਾਰਾਜ ਕਹਿੰਦੇ ਉਹ ਕਿਸੇ ਦਾ ਥਾਪਿਆ ਹੋਇਆ ਵੀ ਨਹੀਂ ਹੈ ਤੇ ਕਿਸੇ ਦਾ ਪੈਦਾ ਕੀਤਾ ਹੋਇਆ ਵੀ ਨਹੀਂ ਹੈ, ਆਪੇ ਆਪ ਨਿਰੰਜਨ ਸੋਏ। ਇਸ ਕਰਕੇ ਉਹ ਪਰਮੇਸ਼ਰ ਦਾ ਚੌਰ, ਪਰਮੇਸ਼ਰ ਦਾ ਛਤਰ ਸਦਾ ਵਾਸਤੇ ਨਿਹਚਲ ਹੈ, ਕਿਉਂਕਿ ਉਹ ਆਪ ਸਦਾ ਵਾਸਤੇ ਨਿਹਚਲ ਹੈ। ਉਹਦਾ ਰਾਜ ਭਾਗ ਸਦਾ ਵਾਸਤੇ ਕਾਇਮ ਹੈ। ਇਸ ਕਰਕੇ ਉਹਨੂੰ ਆਖਿਆ ਹੈ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਉਹ ਰਾਜਿਆਂ ਦਾ ਵੀ ਰਾਜਾ ਹੈ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸੋ ਰਾਜ ਛੋੜੇ ਔਰ ਦੂਜਾ ਕੌਣ ਧਿਆਈ ਹੈ। ਤੇ ਉਸ ਪਰਮੇਸ਼ਰ ਰਾਜੇ ਨੇ ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਤੇ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਹੋਏ। ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਤੇ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੀਸ ਦੇ ਉੱਤੇ ਛਤਰ ਝੁੱਲਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੀਸ ਦੇ ਉੱਤੇ ਚੌਰ ਝੁੱਲਿਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਸੀ ਨਾ ਪੰਡਤ ਹਰਦਿਆਲ ਨੇ, ਰੇਖਾ ਵੇਖੀਆਂ ਸੀ, ਹਸਤ ਰੇਖਾ, ਚਰਨ ਰੇਖਾ, ਤੇ ਪਿਤਾ ਜੀ ਨੂੰ ਦੱਸਿਆ ਸੀ ਤੁਹਾਡੇ ਪੁੱਤਰ ਦੇ ਚਰਨਾਂ ਦੇ ਵਿੱਚ ਪਦਮ ਰੇਖਾ ਹੈ। ਤੇ ਹਸਤ ਰੇਖਾ ਜਦੋਂ ਵੇਖੀਆਂ ਸੀ ਤੇ ਆਖਿਆ ਜੀ ਇੱਕ ਹੱਥ ਦੇ ਵਿੱਚ ਛਤਰ ਦਾ ਨਿਸ਼ਾਨ ਹੈ ਤੇ ਇੱਕ ਹੱਥ ਦੇ ਵਿੱਚ ਚੌਰ ਦਾ ਨਿਸ਼ਾਨ ਛਪਿਆ ਹੋਇਆ। ਮੇਰੀ ਵਿਦਿਆ ਮੈਨੂੰ ਇਹ ਦੱਸਦੀ ਹੈ ਮਹਿਤਾ ਕਲਿਆਣ ਚੰਦ ਜੀ, ਤੁਹਾਡੇ ਪੁੱਤਰ ਦੇ ਸਿਰ ਉੱਤੇ ਛਤਰ ਝੁੱਲੇਗਾ, ਚੌਰ ਝੁੱਲੇਗਾ। ਤੇ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਪਰਮੇਸ਼ਰ ਗੁਰੂ ਰੂਪ ਵਿੱਚ ਪ੍ਰਗਟ ਹੋਏ। ਨਾਨਕ ਸੋਧੇ ਸਿਮਰਿਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤ ਤੇ ਉਦਾਹਰਨ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। रोम रोम कोट ब्रह्मांड को निवास जास मान से अवतार धार दर्श दिखाए हैं। ते सतगुरु जी दे सीस उत्ते फिर चौर ते छत्र झुलिया। धुर तो ही गुरता गद्दी दे मालक जगत गुरु जी का आपां प्रकाश पुरब तां मनाउणे आ, कदी सिखां ने गुरियाई पुरब ते नहीं मनाया श्री गुरु नानक साहिब जी का। क्यों नहीं गुरियाई पुरब आपां मनाउंदे श्री गुरु नानक साहिब जी का? तां नहीं मनाउंदे कि महाराज साहिब जी ने गुरियाई संसार च आके नहीं प्राप्त की। महाराज ने जिस दिन प्रकाश धारिया ना कतक की पूर्णमाशी नूं 1526 बिक्रमी नूं 1469 ईस्वी नूं, उस दिन प्रकाश वाले दिन ही गुरता गद्दी दे मालक वा। परमेश्वर नूं गुरियाई किन्ने देनी? महाराज साहब। तां ही तां भाई गुरदास साहब जी ने आख्या भी जिदन प्रगट होए सतगुरु रूप विच ही प्रगट होए। सतगुर नानक प्रगटिया मिटी धुंध जग चानण होआ, ज्यों कर सूरज निकलिया तारे छपे अंधेर पलोआ। बाकी सारे गुरु साहिबां दा गुरियाई पुरब मनाया जाता है। ते महाराज दे सीस उत्ते भाई बाला जी ने चौर कीता। भाई बाला जी वो महान हस्ती होए आ जेड़े गुरु नानक साहब महाराज जी तो शरीर कारबला दे विच 3 साल वड्डे सी ते गुरु जी दे बचपन दे साथी जिवें भाई मरदाना जी गुरु घर दे पहले रबाबी, इसे तरह चौर बरदार भाई बाला जी गुरु घर दे पहले चौर बरदार। जिन्ना चिर सुल्तानपुर लोधी की धरती ते बाबा जी ने मोदी खाना करके जीवां दीयां झोलियां भरीआं ते ओह रस्तां बस्तां बाबा जी नूं भाई बाला जी फड़ाया करदे सन। उदासियां दे समय भाई मरदाना जी ते भाई बाला जी महाराज दे नाल रहे ते भाई बाले नूं महाराज ने आख्या सी भाई बालिया तूं साडा मित्र है मित्र। फिर जिहड़ा चौर गुरु साहिब दे सीस ते झुलिया वो अगे फिर 10 सरूपां दे सीस ते झुलिया। जो देहा जुगत साए सहकाया फेर पलटिया ते 10वें जामे दे विच अपनी जोत गुरु ग्रंथ साहिब विच टिका दिते। ते फिर महाराज साहिब जी ने जो गुरियाई दे दी तो वह चौर श्री गुरु ग्रंथ साहिब जी ते लगातार झुल रहा। निहचल चौर छत, महाराज आप जी का चौर ते आप जी का छतर निहचल है जो सदा वास्ते आप जी के सीस ते झुलदा ही रहना है। जो हे पार ब्रह्म परमेश्वर जो आप पापां पुन्ना तो परे हो, सर्व व्यापक हो, जो आप जी नूं भाउंदा है चंगा लगदा है, ओही सच्चा न्याय आप करदे हो। आप जी का न्याय सच्चा है क्योंकि तुसीं किसे तो वड्डी नहीं लैंदे।
ਕਿਸੇ ਦੀ ਸਿਫਾਰਿਸ਼ ਨਹੀਂ ਮੰਨਦੇ। ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਹ ਆਪ ਸੱਚਾ ਫੈਸਲਾ ਕਰਦੇ ਹੋ। ਜੇ ਭਾਵੈ ਪਾਰ ਬ੍ਰਹਮ ਇਹ ਪਾਰ ਬ੍ਰਹਮ ਪਰਮੇਸ਼ਰ, ਜੇ ਆਪ ਜੀ ਨੂੰ ਭਾ ਜਾਵੇ, ਚੰਗਾ ਲੱਗੇ, ਨਿਥਾਵੇ ਮਿਲੈ ਥਾਉ ਫਿਰ ਨਿਥਾਵੇਂ ਨੂੰ ਥਾਂ ਮਿਲ ਜਾਂਦੀ ਹੈ। ਜਿਹਨੂੰ ਕਿਤੇ ਥਾਂ ਨਾ ਮਿਲੇ, ਜਿਹੜਾ ਥਾਂ ਤੋਂ ਬਿਨਾਂ ਨਿਥਾਵਾਂ ਹੈ, ਜੇ ਆਪ ਜੀ ਦੇ ਹਿਰਦੇ 'ਚ ਭਾ ਜਾਵੇ ਤੇ ਤੁਸੀਂ ਨਿਥਾਵਿਆਂ ਨੂੰ ਵੀ ਥਾਂ ਦੇ ਦਿੰਦੇ ਹੋ। ਜੋ ਕੀਤੀ ਕਰਤਾਰ ਇਹ ਕਰਤਾਰ ਜੋ ਆਪ ਜੀ ਨੇ ਕੀਤੀ ਹੈ, ਸਾਈ ਭਲੀ ਗੱਲ ਉਹੀ ਚੰਗੀ ਗੱਲ ਹੈ। ਜੋ ਆਪ ਜੀ ਨੇ ਕੀਤੀ ਹੈ, ਜੋ ਕਰ ਰਹੇ ਹੋ, ਜੋ ਕਰੋਗੇ, ਉਹ ਚੰਗੀ ਗੱਲ ਹੀ ਹੋਵੇਗੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ, ਜੋ ਆਪ ਜੀ ਨੂੰ ਭਾਵੇਗਾ, ਉਹੀ ਭਲੀ ਗੱਲ ਹੈ, ਚੰਗੀ ਗੱਲ ਹੈ। ਜਿਨੀ ਪਛਾਤਾ ਕਸਮ ਜਿਨ੍ਹਾਂ ਨੇ ਇਹ ਖਸਮ ਮਾਲਕ ਆਪ ਜੀ ਨੂੰ ਪਛਾਣ ਲਿਆ ਹੈ, ਗੁਰੂ ਕੀ ਸ਼ਰਨ ਵਿੱਚ ਪੈ ਕਰਕੇ, ਸੇ ਦਰਗਾਹ ਮੱਲ ਉਹਨਾਂ ਨੇ ਆਪ ਜੀ ਦੀ ਦਰਗਾਹ ਨੂੰ ਮੱਲਿਆ ਹੈ। ਭਾਵ ਉਹ ਸੱਚਖੰਡ ਦਰਗਾਹ ਦੇ ਵਿੱਚ ਗਏ ਹਨ। ਸੇ ਦਰਗਾਹ ਮੱਲ, ਮੱਲ ਕਹਿੰਦੇ ਪਹਿਲਵਾਨ ਨੂੰ। ਪ੍ਰਭੂ ਉਹ ਆਪ ਜੀ ਦੀ ਦਰਗਾਹ ਦੇ ਪਹਿਲਵਾਨ ਹਨ। ਉਹਨਾਂ ਨੇ ਸੰਸਾਰ ਅਖਾੜੇ ਦੇ ਵਿੱਚ ਵਕਾਰਾਂ ਨੂੰ ਜਿੱਤਿਆ ਹੈ, ਵਕਾਰਾਂ ਦੀ ਕੰਡ ਲਾ ਦਿੱਤੀ ਉਹਨਾਂ ਨੇ, ਤੇ ਉਹ ਆਪ ਜੀ ਦੇ ਪਹਿਲਵਾਨ ਹਨ, ਜਿਨ੍ਹਾਂ ਦੇ ਕੰਡ ਦੇ ਉੱਤੇ ਗੁਰੂ ਸਾਹਿਬ ਜੀ ਨੇ ਥਾਪੜਾ ਦਿੱਤਾ ਹੈ, ਤੇ ਉਹਨਾਂ ਗੁਰਮੁਖਾਂ ਨੇ ਵਕਾਰਾਂ ਦੇ ਉੱਤੇ ਫਤਿਹ ਜਾਬੀ ਹਾਸਲ ਕੀਤੀ ਹੈ। ਹਉ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖਿਆ ਆਪ ਜੀਓ। ਸੋ ਜਿਨ੍ਹਾਂ ਦੇ ਕੰਡ ਦੇ ਉੱਤੇ ਗੁਰ ਥਾਪੀ ਦਿੱਤੀ ਕੰਡ ਜੀਓ, ਉਹਨਾਂ ਨੇ ਵਕਾਰਾਂ ਨੂੰ ਜਿੱਤਣਾ ਕੀਤਾ। ਉਹ ਦਰਗਾਹ ਦੇ ਪਹਿਲਵਾਨ ਹਨ ਆਪ ਜੀ ਦੇ ਪਿਆਰੇ। ਸਹੀ ਤੇਰਾ ਫਰਮਾਨ ਇਹ ਪ੍ਰਭੂ ਜੋ ਤੇਰਾ ਫਰਮਾਨ ਹੈ ਨਾ, ਉਹ ਸਹੀ ਹੈ, ਉਹ ਸੱਚਾ ਹੈ। ਨਾ ਫੇਰੀ ਆਪ ਜੀ ਦਾ ਫਰਮਾਨ ਕਿਸੇ ਤੋਂ ਫੇਰਿਆ ਨਹੀਂ ਜਾਂਦਾ, ਕੋਈ ਮੋੜ ਨਹੀਂ ਸਕਦਾ ਹੈ। ਕਾਰਨ ਕਰਨ ਕਰੀਮ ਇਹ ਪ੍ਰਭੂ ਆਪ ਸਾਰੇ ਕਾਰਨਾਂ ਨੂੰ ਕਰਨ ਵਾਲੇ ਹੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ। ਇਹ ਪੰਜਾਂ ਤੱਤਾਂ ਨੂੰ ਵੀ ਆਪ ਜੀ ਨੇ ਪੈਦਾ ਕੀਤਾ ਹੈ। ਪੰਜਾਂ ਤੱਤਾਂ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਆਪ ਜੀ ਨੇ ਪੈਦਾ ਕੀਤਾ ਹੈ। ਸਾਰੇ ਕਾਰਨਾਂ ਨੂੰ ਕਰਨ ਵਾਲੇ ਆਪ ਹੀ ਹੋ। ਤਕਰੀਮ ਕਿਰਪਾ ਕਰਨ ਵਾਲੇ ਹੋ, ਬਖਸ਼ਿਸ਼ ਕਰਨ ਵਾਲੇ ਹੋ। ਕੁਦਰਤ ਤੇਰੀ ਹੈ हे ਪ੍ਰਭੂ ਇਹ ਸਾਰੀ ਰਚਨਾ ਆਪ ਜੀ ਦੀ ਕੁਦਰਤ ਹੈ। ਆਪ ਜੀ ਦੀ ਸ਼ਕਤੀ ਵਰਤ ਰਹੀ ਹੈ। ਆਪ ਜੀ ਦੀ ਸ਼ਕਤੀ ਦਾ, ਆਪ ਜੀ ਦੀ ਕੁਦਰਤ ਦਾ, ਆਪ ਜੀ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ। ਕੋਈ ਵਿਚਾਰ ਨਹੀਂ ਕੀਤਾ ਜਾ ਸਕਦਾ। ਬੇਅੰਤ ਬੇਅੰਤ ਹੀ ਕਿਹਾ ਜਾ ਸਕਦਾ ਹੈ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਾਦਰ, ਇਹ ਤੇਰੀ ਕੁਦਰਤ ਹੈ, ਤੇਰੀ ਸ਼ਕਤੀ ਹੈ। ਤੂੰ ਇਸ ਕੁਦਰਤ ਦਾ ਮਾਲਕ ਹੈ, ਕਾਦਰ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਸੋ ਸਤਿਗੁਰੂ ਜੀ ਨੇ 16ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਸਹੀ ਤੇਰਾ ਫਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ। ਕੁਦਰਤ ਤੇਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।